ओदी कुदरत ओही जाने, ना जाने दुनियादारी। हर बंदे चों नजर है औंदी, ओदी सूरत प्यारी। ओही मारे ओही रखे, ओही कजदा परिदे। बंदे तो हर बंदा डरदा, पर लोक ना रब तो डरदे, पर लोक ना रब तो डरदे। हुण नवां आउणा होर की समाचार जानदा, अगे होर की होना एदा तार जानदा, अगे होर की होना एदा तार जानदा। केड़ी गल्लों होए साडे घरां चों उजाड़े, दिली लाके पाए है किसने पुआड़े। केड़ी गल्लों होए साडे घरां चों उजाड़े, दिली लाके पाए है किसने पुआड़े। किने जान बुझ ओ किने जान बुझ ओ किने जान बुझ कीता दुश्वार जानदा, अगे होर की होना एदा तार जानदा, अगे होर की होना एदा तार जानदा। गा गा रे सा नी पानी सा रे गा, सा मा दा सा नी पा मा गा, गा मा रे नी रे सा। ओदी रज़ा विच रहना वीख नामी जिहा लगे, सच बोलना ते सहना बदनामी जिहा लगे। ओदी रज़ा विच रहना वीख नामी जिहा लगे, सच बोलना ते सहना बदनामी जिहा लगे। ओ कौन झूठे किन्ने कीते इकरार जानदा, कि होर की होना एदा तार जानदा, अगे होर की होना एदा तार जानदा, अगे होर की होना ए। शुक्रिया शुक्रिया। हाँ भाई कौन रुठने यार मिलावदाई। क्या बात है। ਓਏ ਤੁਸੀਂ ਇੱਥੇ ਬੈਠੇ ਹੀਰ ਨੂੰ ਰੋਈ ਜਾਂਦੇ ਹੋ। ਉਹ ਪਿੰਡ 'ਚ ਪਤਾ ਕੀ ਬਣਾ ਵਰਤ ਗਿਆ? ਉਹ ਕੀ ਹੋ ਗਿਆ? ਕਿਹਨੂੰ 10 ਨੰਬਰੀ ਇਹਨੇ ਮੁਸਲਮਾਨੀ ਖਰੀਦ ਕੇ ਘਰੇ ਪਾ ਲਈ। ਕਿਉਂ ਕਰਤੀ ਨਾ ਜੱਗੋ 13ਵੀਂ? ਆ ਮੈਂ ਕਹਿੰਦਾ ਨਹੀਂ ਸੀ ਇਹ ਕੋਈ ਚੰਨ ਜ਼ਰੂਰ ਚੜਾਉ ਜਿਹੜਾ ਐਵੇਂ ਭੁੱਸਿਆ ਫਿਰਦਾ ਸੀ। ਪਰ ਜੋ ਵੀ ਹੈ ਰੰਨ ਕੰਜਰ ਦਾ ਪਟਾਕੇ ਵਰਗੀ ਲਿਆ। ਪਾਪਾ ਪੱਕਾ ਢਿੱਲ, ਅੱਖਾਂ 'ਚ ਭਾਵੇਂ ਚੁੱਭੀ ਮਾਰ ਲੋ। ਸਰੂ ਵਰਗਾ ਕੱਦ ਤੇ ਨੱਕ ਤਿੱਖਾ ਤਲਵਾਰ ਵੜਦੂ ਕਰਦਾ ਤੇ
ਗੱਲਾਂ ਤਾਂ ਕਸ਼ਮੀਰ ਦੇ ਸਿਓ ਨੂੰ ਮਾਤ ਪਾਉਂਦੀਆਂ ਤੇ ਠੋਡੀ ਓਏ ਜਾਣਦੇ ਗੱਲਾਂ ਤਾਂ ਐ ਕਰਦਾ ਜਿੱਦਾਂ ਪਸੰਦ ਕਰਨ ਨਹੀਂ ਗਿਆ ਹੋਵੇ। ਆ ਜਾ ਬਹਿ ਜਾ, ਗੱਲਾਂ ਮਾਰਦਾ। ਇੱਕ ਗੱਲ ਦੱਸ, ਹਲੇ ਕੱਲ ਤਾਂ ਆਈ ਐ, ਤੈਂ ਕਿੱਦਾਂ ਦੇਖ ਲਈ ਐ ਨੀ ਜਲਾ ਕੇ? ਓਏ ਹਲੇ ਤਾਂ ਇੰਨੀ ਕੇਰੂੜੀ ਨਹੀਂ ਵੇਖੀ, ਉਹ ਜਿੰਨੀਆਂ ਇਹ ਮਹਾਰਨੀਆਂ ਪੜੀ ਜਾਂਦਾ। ਓਏ ਇੰਨਾ ਦਾ ਪਤਾ ਹੀ ਹੁੰਦਾ ਬੰਦੇ ਨੂੰ ਵੀ ਸੋਹਣੀ ਤੀਵੀਂ ਦੀ ਤਾਰੀਫ ਕਿੱਦਾਂ ਕਰੀਦੀ ਹੈ। ਨਾਲ ਤੁਸੀਂ ਕੀ ਸਮਝਦੇ ਹੋ ਵੀ ਨੱਕ ਸੱਚੀ ਤਲਵਾਰ ਨਾਲ ਟਿੱਕਾ ਹੋ? ਆਹੋ ਬਈ, ਜੇ ਨੱਕ ਸੱਚੀ ਤਿੱਖਾ ਤਲਵਾਰ ਵਰਗਾ ਹੋਵੇ, ਤੇਰੇ ਵਰਗਾ ਬੰਦਾ ਦਾ ਸਾਰਾ ਰੋਜ਼ ਹੀ ਲਹੂ ਲੁਹਾਨ ਹੋਇਆ ਫਿਰੇ। ਆਹੋ ਬਈ ਆਹੋ। ਹਾਂ ਬਈ। ਉਹ ਸਵੇਰੇ ਉੱਠ ਕੇ ਕੋਈ ਪੁੱਛੇ ਵੀ ਕੇਰ ਤੇ ਆ ਮੂੰਹ ਤੇ ਟੱਕ ਜਿਹਾ ਕਾਹਦਾ ਪੈ ਗਿਆ, ਅੱਗੋਂ ਜਵਾਬ ਮਿਲੇ ਕੁਝ ਨਹੀਂ ਯਾਰ, ਰਾਤੀ ਜਨਾਨੀ ਨੇ ਨੱਕ ਮਾਰਿਆ ਸੀ। ਹਾਂ ਬਈ। ਆਹੋ ਬਈ, ਜੇ ਗੱਲਾਂ ਸੱਚੀ ਸੇ ਵਰਗੀਆਂ ਹੋਣ ਤਾਂ ਤੇਰੇ ਵਰਗਾ ਬੰਦਾ ਤਾਂ ਲੂਣ ਦੀ ਡਲੀ ਮੱਝੇ ਦੀ ਦੌੜ 'ਚ ਹੀ ਫਸਾ ਕੇ ਰੱਖੇ। ਉਹ ਫੇਰ ਵੀ ਯਾਰ ਤੁਸੀਂ ਬਿਨਾਂ ਦੇਖੇ ਸੋਹਣੀ ਬਣਾਈ ਜਾਂਦੇ ਹੋ, ਭਾਵੇਂ ਉਹਦਾ ਰੰਗ ਪੁੱਠੇ ਤਵੇ ਵਰਗਾ ਹੋਵੇ। ਓਏ ਕਿੱਥੇ ਭੁੱਲਿਆ ਫਿਰਦਾ, ਮੁਸਲਮਾਨੀਆਂ ਨੂੰ ਰੱਬ ਬੇਲੇ ਰਹਿ ਕੇ ਕਰਦਾ। ਨਾਲੇ ਤੇਰੇ ਵਾਲੀ ਤਰਖਾਣੀ ਨਾਲੋਂ ਤਾਂ 100 ਬਿਸਵੇ ਸੋਹਣੀ ਹੋ। ਸੋਹਣੀਆਂ ਤਾਂ ਵੈਸੇ ਜੱਟੀਆਂ ਵੀ ਬੜੀਆਂ ਹੁੰਦੀਆਂ। ਓਏ ਗੁੱਲੀ ਕੜਾ, ਜ਼ੁਬਾਨ ਸੰਭਾਲ ਕੇ ਗੱਲ ਕਰ, ਨਹੀਂ ਤਾਂ ਦੱਸ ਦੂ ਤੈਨੂੰ ਹੁਣੇ ਵੀ ਤੇਰੇ ਵਾਲੀ ਤਰਖਾਣੀ ਕਿੱਦਾਂ ਦੀ ਆ। ਓਏ ਉਹ ਮਲੂਕ ਸਿਆ, ਕਿਉਂ ਗੁੱਸਾ ਕਰਦਾ ਯਾਰ ਸ਼ੁਗਲ ਦਾ? ਨਾ ਇਹਨੂੰ ਪਤਾ ਨਹੀਂ ਵੀ ਜੱਟਾਂ ਸਾਹਮਣੇ ਕਿਵੇਂ ਬੋਲੀਦਾ। ਆ ਦੇਖ ਲੈ ਇੱਕ ਜੱਟ ਦਾ ਕਾਰਨਾਮਾ, ਮੁਸਲਮਾਨੀ ਘਰੇ ਪਾ ਕੇ ਧਰਮ ਨੂੰ ਇਲਾਜ ਲਾਤੀ। ਲਾਦੀ ਧਰਮ ਨੂੰ ਲਾਜ। ਓਏ ਅਗਲਾ ਹਿੱਕ ਦੇ ਜ਼ੋਰ ਤੇ ਲੈ ਕੇ ਆਇਆ ਜਨਾਨੀ। ਇਹੋ ਜਿਹੇ ਦਲੇਰੀ ਦੇ ਕੰਮ ਜੱਟ ਹੀ ਕਰ ਦਿੰਦੇ ਨੇ ਵੀ ਆ ਦੁੱਖੀ ਤਿੱਕੀ ਜਾਤ ਨਹੀਂ। ਓ ਤੇਰਾ ਦੁੱਕੀ ਤਿੱਕੀ ਜਾ ਤੋਂ ਕੀ ਮਤਲਬ ਆ ਓਏ? ਹੈ ਅੱਜ ਜਦੋਂ ਕਣਕ ਦੀ ਵਾਢੀ ਪੈਂਦੀ ਹੈ ਨਾ, ਤਾਂ ਸਿਖਰ ਦੁਪਹਿਰ ਤੇਰੇ ਵਰਗੇ ਦੀ ਨਾ ਐਡੀ ਜੀ ਬਾਹਰ ਨਿਕਲੀ ਹੁੰਦੀ ਹੈ। ਹੈ ਨਾਲੇ ਉਦੋਂ ਮਸ਼ਕਾ ਠੰਡਾ ਪਾਣੀ ਭਰ ਕੇ ਕੌਣ ਲੈ ਕੇ ਜਾਂਦਾ ਹੈ? ਆਹਾ ਫੱਤਾ ਝੀਰ ਦੁੱਕੀ ਤਿੱਕੀ। ਔਰ ਨਾਲੇ ਤੇਰੀ ਦਾਤੀਆਂ ਦੇ ਦੰਦੇ ਕੌਣ ਕੱਢਦਾ ਹੈ? ਹਲ ਦੇ ਪਾਲੇ ਕੌਣ ਚਣਦਾ ਹੈ? ਤੇਰੇ ਜਵਾਕਾਂ ਨੂੰ ਖੇਡਣ ਲਈ ਗੁੱਲੀ ਕੌਣ ਕੱਢ ਕੇ ਦਿੰਦਾ ਹੈ? ਆਹੀ ਦੁੱਕੀ ਤਿੱਕੀ ਪ੍ਰੀਤੋ। ਨਾ ਫਿਰ ਗੁੱਲੀ ਕੱਢ ਕੇ ਤੂੰ ਸਾਡਾ ਪਿਓ ਬਣ ਗਿਆ, ਸਾਤੋਂ ਨਾ ਕੱਢ ਹੋਊ ਗੁੱਲੀ। ਓਏ ਜਿਹੜੇ ਦਾਣਿਆਂ ਦੀ ਤੁਸੀਂ ਲੋਕ ਰੋਟੀ ਖਾਂਦੇ ਹੋ ਨਾ, ਉਹ ਸਾਡੇ ਖੇਤਾਂ 'ਚ ਆਉਂਦੇ ਨੇ, ਸਾਡੇ ਖੇਤਾਂ 'ਚੋਂ। ਓਏ ਅਸੀਂ ਨਾ ਹੋਏ ਤੁਸੀਂ ਤਾਂ ਭੁੱਖੇ ਮਰ ਜਾਓ। ਉਹ ਮਲੂਕ ਸਿਆ ਕਿਉਂ ਲੜਦੇ ਹੋ ਬੱਲਿਓ? ਆ ਜਾ ਤਾਇਆ, ਬਹਿ ਜਾ। ਦੇਖ ਪੁੱਤਰਾ, ਨਾ ਤਾਂ ਤੇਰਾ ਕਿਸੇ ਬਿਨਾ ਗੁਜ਼ਾਰਾ ਹੈ, ਨਾ ਇਹਨਾਂ ਦਾ ਤੇਰੇ ਬਿਨਾ। ਆਪਸ ਲੜਦੇ ਤੁਸੀਂ ਚੰਗੇ ਨਹੀਂ ਲੱਗਦੇ ਬੱਲਿਓ। ਉਹ ਲੜਦੇ ਕਾਹਨੂੰ ਆ ਤਾਇਆ, ਗੱਲ ਚੱਲ ਰਹੀ ਸੀ ਕੇਰੂ ਦੀ ਤੇ ਵਿੱਚ ਆ ਵੀ ਆ ਗੁੱਲੀ ਕੱਢ। ਚੱਲ ਆਪਾਂ ਕੀ ਲੈਣਾ ਬੱਲਿਆ। ਦੇਖੋ ਕੇਰੂ ਜਨਾਨੀ ਖਰੀਦ ਸਕਦਾ ਸੀ, ਖਰੀਦ ਲਿਆ। ਘਰੇ ਰੱਖ ਸਕਦਾ ਸੀ, ਰੱਖ ਲਈ। ਇਹਦੇ 'ਚ ਆਪਾਂ ਨੂੰ ਕੀ ਇਤਰਾਜ਼ ਆ ਬਈ? ਨਾ ਇਤਰਾਜ਼ ਕਿਉਂ ਨਹੀਂ ਤਾਇਆ? ਮੰਨਿਆ ਕਿਹਨੂੰ 10 ਨੰਬਰੀ ਹੈ, ਡਾਕੇ ਮਾਰਦਾ, ਲੁੱਟਾ ਕੋਹਾ ਕਰਦਾ ਹੈ, ਪਰ ਐ ਜਨਾਨੀ ਖਰੀਦ ਕੇ ਘਰ ਪਾ ਲੈਣੀ ਕੋਈ ਚੰਗੀ ਗੱਲ ਤਾਂ ਨਹੀਂ। ਇਹ ਤਾਂ ਮੇਰਾ ਗੰਦ ਪਾਉਣਾ ਹੋਇਆ ਪਿੰਡ 'ਚ। ਉਹ ਗਾਹਾਂ ਨਿਆਣਿਆਂ ਤੇ ਕੀ ਅਸਰ ਪਊ ਇਹੋ ਜੀ ਗੱਲ ਦਾ? ਹੋਰ ਓਏ ਅੱਗੇ ਖੇ ਖਾਂਦਾ ਸੀ, ਖਾਈ ਜਾਂਦਾ, ਪਰ ਜਨਾਨੀ ਖਰੀਦ ਕੇ ਘਰੇ ਤਾਂ ਨਾ ਪਾਉਂਦਾ। ਵੈਸੇ ਤੁਸੀਂ ਬੰਦੇ ਦਾ ਕਮਾਲ ਦੇ ਹੋ। ਜਦ ਤਾਂ ਕੇਰੂ ਡਰਾ ਦਬਕਾ ਕੇ ਕੰਮੀ ਕਮੀਣਾ ਦੀਆਂ ਧੀਆਂ ਨੂੰ ਆਦੀ ਪੱਤ ਲੁੱਟਦਾ ਸੀ, ਉਦੋਂ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਇਆ। ਤੇ ਜੇ ਅੱਜ ਉਹਨੇ ਲਿਆ ਕੇ ਇੱਕ ਵਿਚਾਰੇ ਨੇ ਘਰੇ ਰੱਖ ਲਈ ਤਾਂ ਤੁਸੀਂ ਤਾਇਆ, ਪੁੱਛਿਆ ਤੇਰਾ ਕੀ ਮਤਲਬ ਹੈ? ਆਹ ਗੱਲ ਠੀਕ ਹੈ? ਠੀਕ ਗਲਤ ਦੀ ਗੱਲ ਮੈਂ ਨਹੀਂ ਕਰਦਾ ਬੱਲਿਆ, ਪਰ ਇੱਕ ਉਹ ਗੱਲ ਤਾਂ ਹੈ ਨਾ। ਤਾਇਆ, ਉਹ ਜਨਾਨੀਆਂ ਭਾਵੇਂ 100 ਖਰੀਦ ਲਿਆਂਦਾ, ਪਰ ਜਾਤ ਕੁਜਾਤਾ ਵੇਖ ਲੈਂਦਾ। ਉਹ ਜੱਟ ਹੋ ਕੇ ਮੁਸਲਮਾਨਾਂ ਦੀ ਕੁੜੀ। ਹਾਂ ਬਈ, ਇਹ ਤਾਂ ਜੱਟੀਆਂ ਲਈ ਬੜੀ ਬੇਇੱਜ਼ਤੀ ਵਾਲੀ ਗੱਲ ਹੈ, ਕਿਉਂ ਵੀ ਬੱਤਿਆ? ਓਏ ਗੁੱਲੀ ਕੜਾ, ਤੈਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਜ਼ੁਬਾਨ ਸੰਭਾਲ ਕੇ ਗੱਲ ਕਰ। ਓਏ ਧਰਮ ਦਾ ਮਾਮਲਾ ਹੈ, ਸਾਨੂੰ ਸਾਰਿਆਂ ਨੂੰ ਰਲ ਕੇ ਕੁਝ ਕਰਨਾ ਚਾਹੀਦਾ। ਸਰਪੰਚ ਸਾਹਿਬ, ਅਸੀਂ ਇਸ ਪਿੰਡ ਵਿੱਚ ਏਦਾਂ ਦਾ ਕੰਜਰਖਾਨਾ ਨਹੀਂ ਚੱਲਣ ਦੇਣਾ। ਨਾਲੇ ਕੇਰੂ ਦੀ ਹਿੰਮਤ ਕਿਵੇਂ ਹੋਈ ਮੁਸਲਮਾਨੀ ਨੂੰ ਘਰੇ ਪਾਉਣ ਦੀ? ਇਸ ਦਾ ਮਤਲਬ ਤੁਸੀਂ ਟਲਦੇ ਨਹੀਂ, ਪੰਗਾ ਲੈ ਕੇ ਛੱਡੋਗੇ। ਹਾਂ ਹਾਂ, ਚੱਲਦੇ ਆ ਕਿਹਨੂੰ ਘਰੇ, ਕਰਦੇ ਆ ਜਾ ਕੇ ਗੱਲ ਉਹਦੇ ਨਾਲ। ਆਹੋ, ਨਾਲੇ ਸਾਰੀ ਪੰਚਾਇਤ ਲੈ ਕੇ ਚੱਲਦੇ ਆ। ਓਏ ਪੰਚਾਇਤ ਦੀ ਕੀ ਲੋੜ ਹੈ, ਮੈਂ ਇਕੱਲਾ ਹੀ ਬਥੇਰਾ। ਇੱਕ ਗੱਲ ਧਿਆਨ 'ਚ ਰੱਖ ਲਿਓ, ਕੇਰੂ 10 ਨੰਬਰੀ ਹੈ ਤੇ ਨਾਲੇ ਮੰਨਿਆ ਹੋਇਆ ਬਦਮਾਸ਼ ਵੀ ਹੈ। ਉਹ ਫੇਰ ਕੀ ਹੈ ਤਾਇਆ, ਹੋਊਗਾ ਆਪਣੇ ਟਾਈਮ ਦਾ ਬਦਮਾਸ਼, ਅਸੀਂ ਕਿਹੜਾ ਡਰ। ਆਵੇ ਕੇਸ ਹੈ ਮੁੱਲਿਆ, ਕੀ ਹਾਲ ਹੈ ਚੋਬਰਾ? ਉਹ ਠੀਕ ਹੈ ਤਾਇਆ। ਉਹ ਪ੍ਰੀਤੂ, ਮੇਰਾ ਗੰਡਾਸੀ ਨੂੰ ਤਾਰ ਚੰਗੀ ਤਰ੍ਹਾਂ ਲਾ ਦੀ, ਬਸ ਇੱਕ ਟੱਕ ਨਾ ਬੰਦਾ ਦਫਾੜ ਕਰ ਦੇ। ਲਾ ਤਾਂ ਦਊਂਗਾ, ਪਰ ਪਰ ਕੀ ਆ? ਪਰ ਥੋੜਾ ਟਾਈਮ ਲੱਗੂਗਾ। ਉਹ ਕੋਈ ਗੱਲ ਨਹੀਂ, ਬਸ ਧਾਰ ਚੰਗੀ ਤਰ੍ਹਾਂ ਲਾਉਣੀ ਹੈ। ਕੇਰ ਸਿਆ ਤੇਰੇ ਨਾਲ ਗੱਲ ਕਰਨੀ ਸੀ। ਬਸ ਮੈਂ ਕਹਿ ਰਿਹਾ ਸੀ ਬੋਲ। ਤੂੰ ਗੜਾਸੀ ਕਿਹਨੇ ਖਰੀਦੀ ਹੈ? ਤੈਨੂੰ ਚਾਹੀਦੀ ਹੈ, ਆ ਜੀ ਘਰੇ ਬਥੇਰੀਆਂ ਪਈਆਂ, ਲੈ ਜੀ। ਉਹ ਕੇਰ ਸਿਆ, ਤੂੰ ਇਹ ਠੀਕ ਨਹੀਂ ਕੀਤਾ ਬਈ।
ਕੀ ਠੀਕ ਨਹੀਂ ਕੀਤਾ ਓਏ? ਮੈਂ ਤਾਂ ਬੋਲ ਹੁਣ। ਇਹ ਕਹਿ ਰਿਹਾ ਸੀ ਕੇਰ ਸਿਆ ਤੂੰ ਆਇਆ ਗੰਡਾਸੀ ਫੜਾਈ ਤੇ ਤੁਰ ਚੱਲਿਆ, ਉਹ ਸਾਡੇ ਕੋਲ ਬੈਠਿਆ ਵੀ ਨਾ 2 ਘੜੀ। ਆਹੋ ਇੱਕੋ ਦਮੇ ਬਿਲਕੁਲ ਬਾਈ, ਤਾਂ ਫਿਰ ਕਦੇ ਸਹੀ। ਠੀਕ ਆ ਬਾਈ। ਕਿਉਂ ਵੀ ਵੱਡੇ ਅਸੂਲ ਨੇ ਹੋ, ਕਰੀ ਨਹੀਂ ਹੁਣ ਗੱਲ। ਉਹ ਛੱਡਦਾ ਆ, ਜਾਣ ਦੇ ਭਰਾ। ਸਾਨੂੰ ਕੋਈ ਲੈਣਾ। ਅਸੀਂ ਕੀ ਲੈਣਾ, ਜੋ ਕਰੇਗਾ ਭੁਗਤੇਗਾ। ਆਪੇ ਜਾਵੇ। ਆਓ ਚਲੀਏ ਆਪਾਂ। ਚਲੋ ਬਈ ਚਲੋ। ਇੱਕ ਵੇੜਾ ਛੱਡਿਆ ਤੇ ਦੂਜਾ ਵੇੜਾ ਛੱਡਿਆ, ਤੀਜੇ ਦੀ ਵੀ ਟੱਪ ਗਈ ਦਲੀਜ਼ ਨੀ ਰਹਿੰਦੀ ਏ ਤੈਨੂੰ ਜੀਣ ਦੀ ਜ਼ਮੀਨ। ਉਹ ਜੰਮੀ ਸੀ ਸਲਾਮਾਂ ਲੈ ਕੇ ਭੁੱਲ ਗਈ ਸ਼ਰੀਕੇ ਟੰਗੇ, ਅੱਜ ਹੋ ਗਈ ਸਾਸਰੀ ਅਕਾਲੀਆਂ ਰਹਿੰਦੀ ਏ ਜੀਣ ਦੇ ਸਵਾਲ। ਤੈਨੂੰ ਵੇੜਾ ਸਾਹਮਣਾ ਵੇ ਜਾਣੀ ਜਿਹੜੀ ਹੋ ਗਈ ਅੱਛੀ ਰਹਿ ਗਈ ਮਾਸਾ ਹੱਡਾ ਚ ਬਲਾਨੀਆਂ ਰਹਿੰਦੀ ਏ, ਬਾਤੇ ਕੱਟੇ ਅਗਲੇ ਜਹਾਨੀਆਂ ਰਹਿੰਦੀ ਏ, ਬਾਤੇ ਕੱਟੇ ਅਗਲੇ ਜਹਾਨੀਆਂ ਰਹਿੰਦੀ ਏ, ਬਾਤੇ ਕੱਟੇ ਅਗਲੇ ਜਹਾਨ। ਨੈਤੀ, ਨੈਤੀ, ਹਾਂਜੀ ਆ ਘਰ ਦਾ ਸਾਰਾ ਹੁਲੀਏ ਬਦਲਿਆ ਪਿਆ ਹੈ। ਇੱਥੇ ਬਾਲਣ ਪਿਆ ਸੀ, ਉਹ ਕਿੱਥੇ ਹੈ? ਜਿੱਥੇ ਰੱਖਣਾ ਚਾਹੀਦਾ ਸੀ ਕਿੱਥੇ ਰੱਖਣਾ ਚਾਹੀਦਾ ਸੀ? ਸਬਾਤ ਚ। ਨਾ ਇੱਥੇ ਕੀ ਆਂਦਾ ਸੀ? ਜੇ ਮੀਂਹ ਆ ਜੇ ਬਾਲਣ ਭਿੱਜੇਗਾ ਨਹੀਂ। ਅੱਛਾ, ਭਿੱਜ ਜਾਊ। ਆ ਇੱਥੇ ਮੰਜਾ ਪਿਆ ਸੀ, ਉਹ ਕਿੱਥੇ ਹੈ? ਜਿੱਥੇ ਰੱਖਣਾ ਚਾਹੀਦਾ ਸੀ ਉਹ ਕਿੱਥੇ ਰੱਖਣਾ ਚਾਹੀਦਾ ਸੀ? ਸਬਾਤ ਚ। ਨਾ ਜੇ ਸਾਰਾ ਕੁਝ ਸਵਾਤ 'ਚ ਹੀ ਰੱਖਣਾ ਹੈ, ਆ ਬਾਕੀ ਘਰ 'ਚ ਆਪਾਂ ਮਸਰ ਨਾ ਬੀਜ ਦਈਏ। ਨਹੀਂ ਜੀ, ਮਸਰ ਤਾਂ ਖੇਤਾਂ ਚ ਬੀਜੀਦੇ ਨੇ। ਨਾਲੇ ਸਾਰਾ ਦਿਨ ਮੰਜਾ ਰੜਿਆ ਚੰਗਾ ਲੱਗਦਾ ਹੈ। ਜੇ ਨਹੀਂ ਲੋੜਦਾ ਚੱਕ ਕੇ ਸਬਾਤ ਚ ਰੱਖ ਦੋ। ਉਹ ਲੋੜ ਪੈਣ ਤੇ ਤਾਂ ਡਾਇਆ ਜਾ ਸਕਦਾ ਕਿ ਨਹੀਂ? ਹਾਂ, ਕਿਉਂ ਨਹੀਂ? ਫਿਰ ਮਿਹਰਬਾਨੀ ਕਰਕੇ ਨਾ ਮੇਰਾ ਮੰਜਾ ਇੱਥੇ ਢਾ ਦੇ, ਮੈਂ ਤਕਾਲਾ ਵੇਲੇ ਆ ਕੇ ਇੱਥੇ ਬੈਠਦਾ ਹੁੰਨਾ। ਚੰਗਾ ਜੀ, ਹੌਲੀ ਹੌਲੀ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਓ, ਫਿਰ ਮੈਂ ਉਦਾਂ ਹੀ ਕਰਿਆ ਕਰੂੰ। ਕਹੋ ਤਾਂ ਉੱਤੇ ਫੁੱਲਾਂ ਵਾਲੀ ਚਾਦਰ ਵਿਛਾ ਦਿਆਂ। ਉਹ ਮੈਂ ਇਸ ਘਰ ਦਾ ਮਾਲਕ ਆ, ਪ੍ਰਾਹੁਣਾ ਨਹੀਂ। ਮੈਂ ਕਦੋਂ ਮੁਕਰਦੀ ਆਂ? ਫਿਰ ਕੰਨ ਖੋਲ ਕੇ ਸੁਣ ਲੈ, ਮੇਰੇ ਤੇ ਨਾ ਇਸ ਘਰ 'ਚ ਜ਼ਿਆਦਾ ਹੁਕਮ ਚਲਾਉਣ ਦੀ ਲੋੜ ਨਹੀਂ, ਤੇ ਨਾਲੇ ਜਿਹੋ ਜਿਹੇ ਘਰ ਹੈਗੇ ਨੇ ਉਦਾਂ ਦਾ ਰਹਿਣ ਦੇ, ਬਹੁਤੀ ਅਦਲਾ ਬਦਲੀ ਕਰਨ ਦੀ ਲੋੜ ਨਹੀਂ ਇਹਦੇ ਵਿੱਚ। ਫਿਰ ਮੈਨੂੰ ਕਿਉਂ ਲਿਆ? ਜੇ ਜਿਵੇਂ ਸੀ ਉਵੇਂ ਹੀ ਰੱਖਣਾ ਸੀ ਤਾਂ। ਉਹ ਪਹਿਲਾਂ ਪਤਾ ਹੁੰਦਾ ਸ਼ਾਇਦ। ਕੀ ਕਿਹਾ? ਉਹ ਮੈਂ ਤਾਂ ਤੈਨੂੰ ਇਹ ਕਹਿ ਰਿਹਾ ਸੀ ਵੀ ਮੈਂ ਤੈਨੂੰ ਖਰੀਦਣ ਨਹੀਂ ਸੀ ਗਿਆ, ਉਹ ਤਾਂ ਤੇਰੇ ਪਹਿਲੇ ਖਸਮ ਕੈਲੇ ਨੂੰ ਪੈਸਿਆਂ ਦੀ ਲੋੜ ਸੀ ਤੇ ਤੈਨੂੰ ਵੇਚ ਗਿਆ। ਮੇਰੇ ਕੋਲ ਉਹਦੀ ਮਜਬੂਰੀ ਦੇਖੀ ਨਹੀਂ ਗਈ। ਬਸ, ਹੋਰ ਕੋਈ ਕਾਰਨ ਨਹੀਂ ਸੀ? ਹੋਰ ਕੀ ਸੀ? ਅੱਛਾ ਜੀ, ਉਸ ਦਿਨ ਜਦੋਂ ਕੈਲੇ ਨਾਲ ਤੈਨੂੰ ਦੇਖਣ ਆਈ ਸੀ, ਉਦੋਂ ਤਾਂ ਬੜਾ ਬਿਟਰ ਬਿਟਰ ਝਾਕਦਾ ਸੀ। ਓਏ ਉਹ ਤਾਂ ਸੋਹਣੀ ਤੀਵੀਂ ਵਾਲ ਦੇਖ ਹੀ ਹੋ ਜਾਂਦਾ ਹੈ। ਮੈਂ ਤੈਨੂੰ ਸੋਹਣੀ ਲੱਗੀ ਸੀ ਨਾ? ਉਹ ਤਾਂ ਹੁਣ ਵੀ ਲੱਗਦੀ ਹੈ। ਫਿਰ ਹੁਣੇ ਕੀ ਕਹਿੰਦਾ ਸੀ? ਮੈਂ ਕੀ ਕਿਹਾ ਸੀ? ਮੈਂ ਤਾਂ ਬਸ ਇਹ ਕਿਹਾ ਸੀ ਬਈ ਕਹਿਲਿਆ ਨੈਤੀ ਮੈਨੂੰ ਪਸੰਦ ਹੈ। ਮਲਕਾ ਤੇ ਮੈਂ ਕਦੇ ਕੋਈ ਦੇਖੀ ਨਹੀਂ, ਪਰ ਹਾਂ ਇੱਕ ਮਲਕਾ ਦਾ ਸੁਪਨਾ ਜ਼ਰੂਰ ਆਉਂਦਾ ਸੀ। ਕੱਪੜੇ ਉਹਦੇ ਗਲ ਹੋਰ ਹੁੰਦੇ ਸੀ ਤੇ ਚਿਹਰਾ ਮੋਹਰਾ ਬਿਲਕੁਲ ਨੈਤੀ ਵਰਗਾ। ਪਰ ਕਹਿਲਿਆ ਤੂੰ ਇਹਨੂੰ ਦੱਸ ਦਿੱਤਾ ਨਾ ਵੀ ਮੈਂ 10 ਨੰਬਰੀਆਂ। ਕਹਿਲਿਆ ਤਾਂ ਬੋਲਦੀ ਨਹੀਂ। ਤੇ ਜਿਹੋ ਜਿਹਾ ਵੀ ਹੈ, ਬੰਦਾ ਮਾੜਾ ਨਹੀਂ। ਸੱਚ? ਮੁੱਚ। ਉਹ ਮੈਨੂੰ ਨਾ ਪਾਣੀ ਦੀ ਪਿਆਸ ਬਹੁਤ ਲੱਗੀ ਆ, ਇੱਕ ਪਾਣੀ ਦਾ ਗਲਾਸ ਲਿਆ ਕੇ ਦੇ। ਘੜੇ ਵਾਲਾ ਗਲਾਸ ਤਾਂ ਜੀ ਮੈਂ ਚੰਗੀ ਤਰ੍ਹਾਂ ਮਾਂਜ ਕੇ ਧੋ ਦਿੱਤਾ। ਉਹਦੇ 'ਚ ਹੀ ਲਿਆਵਾਂ ਜਾਂ ਪਹਿਲਾਂ ਵਰਗਾ ਚਾਹੀਦਾ? ਉਹ ਤੂੰ ਜਿਹੋ ਜਿਹਾ ਜੇ ਮਰਜ਼ੀ ਲਿਆ, ਪਰ ਲਿਆ ਤੇ ਸਹੀ। ਚੰਗਾ ਜੀ। ਕਿੱਥੇ ਜਾਨ ਨੂੰ ਭੰਗਾ ਪਾ ਲਿਆ ਹੈ। ਚੰਗੀ ਭਲੀ ਜਾਤੀ ਤੇ ਘੋੜਾ ਮਾਰ ਲਿਆ, ਸਾਰੇ ਘਰ 'ਚ ਲੱਤਾਂ ਪਸਾਰ ਕੇ ਬੈਠੀ ਦਾ ਸੀ। ਆ ਸਾਰਾ ਰਾਜ ਹੀ ਵੰਡਿਆ ਗਿਆ। ਕੀ ਵੰਡਿਆ ਗਿਆ? ਉਹ ਕੁਛ ਨਹੀਂ ਵੰਡਿਆ ਗਿਆ। ਨਾਲੇ ਤਾਂ ਕਹੀ ਜਾਂਦੇ ਸੀ। ਉਹ ਮੇਰੀ ਹਰ ਗੱਲ 'ਚ ਲੱਤ ਅਡਾਉਣੀ ਕੋਈ ਜ਼ਰੂਰੀ ਹੈ? ਫਿਰ ਵੀ ਕੀ ਵੰਡਿਆ ਗਿਆ? ਵੰਡਿਆ ਗਿਆ ਮੇਰਾ ਸਿਰ। ਹਾਲੇ ਕੁਛ ਨਹੀਂ ਵੰਡਿਆ ਗਿਆ, ਪਰ ਵੰਡਿਆ ਜਾਊ। ਅਗੇ ਹਿੰਦੁਸਤਾਨ ਨੂੰ ਆਜ਼ਾਦੀ ਮਿਲਣ ਵਾਲੀ ਹੈ। ਆਜ਼ਾਦੀ ਦੇ ਨਾਲ ਨਾਲ ਮੁਲਕ ਵੀ ਵੰਡਿਆ ਜਾਊ, ਦੋ ਥਾਈਂ। ਅੱਛਾ, ਹਾਂ। ਫਿਰ ਇਹਦੇ ਚ ਨਾ ਉੱਚੀ ਉੱਚੀ ਬੋਲਣ ਦੀ ਕੀ ਲੋੜ ਸੀ? ਕਿਵੇਂ ਸਾਹ ਚੜਾ ਲਿਆ? ਸਾਹ ਤੇ ਚੜੂ ਗਈ ਜਦੋਂ ਇਹੋ ਜਿਹੇ ਗਲਤ ਕੰਮ ਕਰਨਗੇ। ਕੌਣ? ਆਪਣੇ ਲੀਡਰ, ਹੋਰ ਕੌਣ? ਆਪਣੇ ਲੀਡਰ ਜਾਂ ਆਪਣੇ? ਹਾਂ। ਤੁਹਾਡੇ ਹੱਥ ਬਹੁਤ ਸੋਹਣੇ ਨੇ। ਉਹ ਮੈਂ ਇਹਨਾਂ ਹੱਥਾਂ ਨਾਲ ਡਾਕੇ ਮਾਰਦਾ ਰਿਹਾ।
ਤੇ ਕਤਲ ਵੀ ਕੀਤੇ ਆ ਤੇ ਤੂੰ ਕਹਿੰਦੀ ਹੱਥ ਬਹੁਤ ਸੋਹਣੇ ਨੇ। ਮੈਂ ਕਹਿ ਰਹੀ ਆ ਨਾ ਤੁਹਾਡੇ ਹੱਥ ਬਹੁਤ ਸੋਹਣੇ ਨੇ। ਪਹਿਲੀ ਵਾਰੀ ਸੁਣ ਰਿਹਾ। ਤੁਸੀਂ ਨਹੀਂ ਜਾਣਦੇ ਆਪਣੇ ਆਪ ਨੂੰ। ਤੁਸੀਂ ਆਪਦੇ ਬਾਰੇ ਬਹੁਤ ਘੱਟ ਸੁਣਿਆ ਹੈ। ਮੈਂ ਕਿੰਨੀ ਖੁਸ਼ਕਿਸਮਤ ਆ ਕਿ ਮੈਨੂੰ ਤੁਹਾਡੇ ਜਿਹਾ ਮਰਦ ਮਿਲਿਆ। ਉੱਚਾ ਲੰਮਾ ਪਰਮਾ ਚਿਹਰਾ, ਚੌੜਾ ਮੱਥਾ ਤੇ ਚਕਲੇ ਵਰਗੀ ਛਾਤੀ। ਹਾਏ, ਦੂਰੋਂ ਆਉਂਦਾ ਵੇਖ ਲਵੋ ਤਾਂ ਕਲੇਜੇ 'ਚ ਤੂ ਪੈਣ ਲੱਗ ਪਵੇ ਕਿ ਕੋਈ ਆਉਂਦਾ ਹੈ। ਓਏ ਇਹ ਜਿਹਾ ਤਾਂ ਮੈਂ ਆਪਣੇ ਬਾਰੇ ਬਹੁਤ ਵਾਰੀ ਸੁਣਿਆ ਹੈ। ਕਿਸ ਕੋਲੋਂ? ਲੋਕਾਂ ਕੋਲੋਂ। ਅਗੇ ਕੇਰੂ ਵਰਗਾ ਦਲੇਰ ਮਰਦ ਹਰ ਮਾਂ ਨਹੀਂ ਜੰਮ ਸਕਦੀ। ਸਾਲੇ ਡਰਦੇ ਮਾਰੇ ਮੇਰੀਆਂ ਤਾਰੀਫਾਂ ਕਰੀ ਜਾਂਦੇ ਆ। ਪਰ ਮੈਂ ਸੱਚ ਕਹਿ ਰਹੀ ਹਾਂ। ਨੈਤੀ, ਤੈਨੂੰ ਮੇਰੇ ਕੋਲੋਂ ਡਰ ਨਹੀਂ ਲੱਗਦਾ? ਤੁਹਾਡੇ ਜਿਹਾ ਮਰਦ ਜਿਸ ਦੇ ਸਿਰ ਦਾ ਸਾਈਂ ਹੋਵੇ, ਭਲਾ ਉਹਨੂੰ ਕਾਹਦਾ ਡਰ? ਐ ਮਾਰਦੀ ਗੱਲਾਂ ਜਿਵੇਂ ਮੈਂ ਲਾਵਾਂ ਲੈ ਕੇ ਆਈ ਹੋਵੇ। ਫੇਰ ਵੀ ਆਪਣੀ ਕੋਈ ਸਾਂਝ ਤਾਂ ਹੈ। ਓਏ ਇਹ ਜੀ ਸਾਂਝ ਮੈਂ ਪਤਾ ਨਹੀਂ ਕਿੰਨੀਆਂ ਨਾਲ ਜੋੜ ਚੁੱਕਿਆ ਐ। ਮੇਰੇ ਤੇ ਉਹਨਾਂ 'ਚ ਕੋਈ ਫਰਕ ਨਹੀਂ। ਫਰਕ ਤਾਂ ਹੈ। ਕੈਲੇ ਨੇ ਜਦੋਂ ਤੇਰਾ ਸੌਦਾ ਕੀਤਾ ਸੀ ਨਾ, ਤੇ ਨਾਲ ਇਹ ਵੀ ਕਿਹਾ ਸੀ ਵੀ ਸੌਦਾ ਸਿਰੇ ਤਾਂ ਹੀ ਚੜੂਗਾ ਜੇ ਤੂੰ ਮੈਨੂੰ ਪਸੰਦ ਕਰੇਗੀ ਤਾਂ। ਤੇ ਜਦੋਂ ਮੈਂ ਤੇਰੇ ਸਾਹਮਣੇ ਹੋਇਆ ਤੇ ਹਾਂ, ਕੀ ਹੋਇਆ ਸੀ? ਕਦੇ ਕਿਸੇ ਹਾਕਮ ਦੇ ਅੱਗੇ ਹੁੰਦਿਆਂ ਮੈਂ ਡਰਿਆ ਨਹੀਂ ਸੀ, ਪਰ ਉਸ ਦਿਨ ਤੇਰੇ ਸਾਹਮਣੇ ਆਉਂਦਿਆਂ ਮੇਰੇ ਪੈਰ ਥੜਕਦੇ ਸੀ। ਇੱਕ ਕਤਲ ਦੇ ਕੇਸ ਵਿੱਚ ਫੈਸਲਾ ਸੁਣਨ ਵੇਲੇ ਮੈਂ ਘਬਰਾਇਆ ਨਹੀਂ ਸੀ, ਪਰ ਉਸ ਦਿਨ ਤੇਰਾ ਫੈਸਲਾ ਸੁਣਨ ਵੇਲੇ ਕੰਬ ਰਿਹਾ ਸੀ। ਇਹ ਕੇਰੂ 10 ਨੰਬਰੀਆ ਜਿਹਦੇ ਅੱਗੇ ਕਦੇ ਕੋਈ ਵੱਡੇ ਤੋਂ ਵੱਡਾ ਖੱਬੀ ਖਾਨ ਨਹੀਂ ਸੀ ਖੜਦਾ, ਉਸ ਦਿਨ ਇੱਕ ਕੁੜੀ ਕੋਲੋਂ ਸੁਣਨਾ ਚਾਹੁੰਦਾ ਸੀ ਕਿ ਮੈਂ ਉਹਨੂੰ ਮਨਜ਼ੂਰ ਹਾਂ। ਜੇ ਮੈਂ ਨਾ ਕਰ ਦਿੰਦੀ ਕੀ ਤੂੰ ਮੈਨੂੰ ਚੱਕ ਲਿਆਉਂਦਾ? ਐਵੇਂ ਨਾ ਕਰ ਦਿੰਦੀ। ਓਏ ਹਜਾ ਦਲੇਰ ਮਰਦ ਛੱਡ ਕੇ ਤੂੰ ਕਿ ਅੰਬਰੋਂ ਤਾਰਾ ਤੋੜਨਾ ਸੀ। ਤੂੰ ਮੈਨੂੰ ਭਾਵੇਂ ਖਰੀਦ ਕੇ ਲਿਆ, ਪਰ ਪਤਾ ਨਹੀਂ ਕਿਉਂ ਮੈਨੂੰ ਇੰਜ ਲੱਗਦਾ ਨਹੀਂ ਕਿ ਮੈਂ ਵਿਕ ਗਈ ਹਾਂ। ਮੈਂ ਅੱਲਾ ਅੱਗੇ ਹੀ ਦੁਆ ਕਰਦੀ ਹਾਂ ਕਿ ਮੇਰਾ ਯਕੀਨ ਹਮੇਸ਼ਾ ਬਣਿਆ ਰਹੇ। ਆ ਖਾਊਏ ਦੇ ਟਾਈਮ ਤੇ ਐਵੇਂ ਆ ਹੁਣ ਗਲੇਡੂ ਜਿਹਾ ਨਾ ਸੁੱਟ। ਆ ਅੰਦਰ ਜਾ ਕੇ ਕੋਈ ਰੋਟੀ ਪਾਣੀ ਦਾ ਆਹਾਰ ਕਰ। ਆ ਤਕਾਲ ਸੰਜੀ ਦੇ ਵੇਲੇ ਕੋਈ ਦੀਵਾ ਦੋਆ ਬਾਲ। ਪਰ ਕਿੱਥੇ ਪਾਲਾਂ? ਕਿੱਥੇ ਬਾਲਾਂ? ਉਹ ਸੁਬਾਹ ਦੇ ਕੁੰਜੇ 'ਚ। ਕੱਲ ਵੀ ਆਉਣੇ ਸੂਰਜ ਜਾਵੇ, ਤੂੰ ਅੱਜ ਦਾ ਵਕਤ ਪੁਗਾ ਥਲੇ, ਪਰ ਪਛਾਵਾ ਕੱਲ ਤੇ ਅੱਜ ਦਾ ਹੋਰ ਕਿਵੇਂ ਬਦਲਾ ਚੱਲੇ। ਮਨ ਕਰਦਾ ਕੁਝ ਗਾਉਂਦਿਆਂ ਗਾਉਂਦਿਆਂ ਰਾਤ ਗੁਜ਼ਰ ਜੇ ਚੁੱਪ ਕਰਕੇ। ਮੈਂ ਵੀ ਵੇਖ ਲਵਾਂ ਕੁਝ ਆਪਣਾ, ਵੇਖ ਲਵਾਂ ਬਸ ਟੁੱਟ ਭਰ ਕੇ। ਮਰਦਿਆਂ ਮਰਦਿਆਂ ਜਿਉਂਦਿਆਂ ਜਿਉਂਦਿਆਂ ਦੇ ਕੁਝ ਵੱਖਰੇ ਰਾਹ ਚੱਲੇ, ਪਰ ਪਰਛਾਵਾਂ ਕੱਲ ਤੇ ਅੱਜ ਦਾ ਹੋਰ ਕਿਵੇਂ ਬਦਲਾ ਚੱਲੇ। ਪਰ ਪਰਛਾਵਾਂ ਕੱਲ ਤੇ ਅੱਜ ਦਾ ਹੋਰ ਕਿਵੇਂ ਬਦਲਾ ਚੱਲੇ, ਹੋਰ ਕਿਵੇਂ ਬਦਲਾ ਚੱਲੇ। ਕੀ ਗੱਲ
ਅੱਜ ਖੁਰਚ ਕੇ ਬੜਾ ਵਿਹੜਾ ਚਮਕਾਉਣ ਰਹੀ ਹੈ, ਆਉਣਾ ਕਿਸੇ ਨੇ। ਕੀ ਪਤਾ ਲੱਗਦਾ ਕਦੋਂ ਕੋਈ ਆ ਜੇ। ਨਾਲੇ ਅੱਜ ਕੀ, ਮੈਂ ਤਾਂ ਰੋਜ਼ ਹੀ ਵਿਹੜਾ ਐਵੇਂ ਸਾਫ਼ ਕਰਦੀ ਆ। ਚਲੋ ਚੰਗਾ ਹੈ, ਨਾਲੇ ਹੋਰ ਵਿਹਲੀਏ ਤੀਵੇਂ ਉਹਨੂੰ ਕੰਮ ਵੀ ਕੀ ਹੁੰਦਾ ਹੈ। ਆਹੋ, ਤੁਸੀਂ ਤਾਂ ਹੈਗੇ ਹੀ ਹੋ ਨਾ ਮਰਦ ਕੰਮ ਕਰਨ ਵਾਲੇ। ਕਿਉਂ, ਤੈਨੂੰ ਕੋਈ ਸ਼ੱਕ ਹੈ? ਨਹੀਂ। ਨੈਤੀ, ਇਹ ਤਾਂ ਸੱਚ ਹੈ ਵੀ ਹੋਰ ਲੋਕਾਂ ਵਾਂਗ ਮੈਂ ਖੇਤਾਂ 'ਚ ਕੰਮ ਨਹੀਂ ਕੀਤਾ, ਪਰ ਇਹਦਾ ਇਹ ਮਤਲਬ ਨਹੀਂ ਵੀ ਮੈਨੂੰ ਕੰਮ ਕਰਨਾ ਹੀ ਨਹੀਂ ਆਉਂਦਾ। ਮੈਂ ਕਦੋਂ ਕਿਹਾ? ਪਰ ਮੈਨੂੰ ਇੰਜ ਲੱਗਦਾ ਵੀ ਜਿਵੇਂ ਤੂੰ ਕੁਝ ਕਹਿ ਰਹੀ ਹੋਵੇਂ। ਬੁਝਾਰਤਾਂ ਕਿਉਂ ਪਾਉਂਦੇ ਹੋ? ਨੈਤੀ, ਮੈਨੂੰ ਇੰਜ ਲੱਗਦਾ ਵੀ ਜਿਵੇਂ ਤੂੰ ਕਹਿ ਰਹੀ ਹੋਵੇਂ ਵੀ ਮੈਨੂੰ ਨਾ ਖੇਤਾਂ ਵਿੱਚ ਦੱਬ ਕੇ ਕੰਮ ਕਰਨਾ ਚਾਹੀਦਾ ਹੈ ਤੇ ਸਾਰੇ ਪਿੰਡ ਵਾਲਿਆਂ ਨਾਲੋਂ ਵੱਧ ਫਸਲ ਪੈਦਾ ਕਰਨੀ ਚਾਹੀਦੀ ਹੈ। ਤੇ ਕੀ? ਚੱਲ ਛੱਡ, ਮੈਂ ਨਾ ਅੱਜ ਬੜੀ ਦੇਰ ਬਾਅਦ ਖੇਤ ਚੱਲਿਆ ਤੇ ਤੂੰ ਮੇਰੀ ਰੋਟੀ ਖੇਤ 'ਚ ਹੀ ਲੈ ਆਵੀਂ। ਨਾ ਜੀ, ਮੈਂ ਨਹੀਂ ਆਉਂਦੀ ਰੋਟੀ ਲੈ ਕੇ। ਚੰਗਾ ਬਈ, ਨਾ ਲਿਆਵੀਂ, ਆਪਾਂ ਗੁਰਦੁਆਰਿਓਂ ਖਾਵਾਂਗੇ। ਅੱਛਾ ਜੀ, ਐਨਾ ਗੁੱਸਾ? ਨਹੀਂ, ਗੁੱਸਾ ਨਹੀਂ। ਮੈਂ ਨਾ ਅੱਜ ਬਹੁਤ ਦੇਰ ਬਾਅਦ ਖੇਤ ਚੱਲਿਆ ਤੇ ਮੈਂ ਨਾ ਉਸ ਤੋਂ ਬਾਅਦ ਫਿਰ ਗੁਰਦੁਆਰੇ ਜਾ ਕੇ ਆਉਣਾ ਹੈ। ਕਿਉਂ, ਕੀ ਗੱਲ? ਭਾਈ ਜੀ ਵੜਨ ਦਾ ਖਿਆਲ ਤੇ ਨਹੀਂ? ਕਿਉਂ, ਤੈਨੂੰ ਕਿਉਂ ਦੱਸਾਂ? ਚੰਗਾ, ਮੈਂ ਚੱਲਦਾ। ਗੱਲ ਸੁਣੋ, ਮੈਂ ਵੀ ਤੁਹਾਡੇ ਨਾਲ ਹੀ ਗੱਲ ਕਰਨੀ ਸੀ। ਹਾਂ, ਦੱਸ। ਮੈਂ ਕਿਉਂ ਦੱਸਾਂ? ਦੱਸ ਵੀ। ਜਦ ਗੁਰਦੁਆਰੇ ਤੋਂ ਮੁੜ ਕੇ ਆਉਂਗੇ ਫੇਰ ਦੱਸਾਂਗੀ। ਚੰਗਾ ਵੇ, ਜਿਵੇਂ ਤੇਰੀ ਮਰਜ਼ੀ। ਉਹ ਕੇਰ ਸਿਆ, ਉਹ ਬਾਈ ਕੇਰ ਸਿਆ। ਕੌਣ? ਆਏ ਸ਼ਾਬਾਸ਼ੇ, ਨਹੀਂ ਰਿਸਾਂ ਬਈ ਕੇਰੂ ਦੀਆਂ। ਤੁਸੀਂ ਕੌਣ? ਕੰਜਰ ਦੇ ਨੇ ਟੀਸੀ ਦਾ ਬੇਰ ਤੋੜਿਆ ਬਈ। ਤੁਸੀਂ ਦੱਸਿਆ ਨਹੀਂ ਕਿ ਤੁਸੀਂ ਕੌਣ ਹੋ। ਓਹੋ, ਲੱਗਦਾ ਆਪਣਾ ਬਾਈ ਕੇਰ ਸਿਓ ਇੰਦਰ ਦੇ ਖਾੜੇ 'ਚ ਗੇੜਾ ਮਾਰ ਕੇ ਆਇਆ ਲੱਗਦਾ। ਤੁਸੀਂ ਸਵਰਗਾਂ ਦੇ ਝੂਟੇ ਜੀਤਿਆ, ਸਵਰਗਾਂ ਦੇ ਝੂਟੇ। ਤੁਸੀਂ ਦੱਸਿਆ ਕਿ ਨਹੀਂ ਤੁਸੀਂ ਕੌਣ ਹੋ, ਕਿਹਨੂੰ ਮਿਲਣਾ ਹੈ? ਉਹ ਮੈਂ ਤਾਂ ਕੋਈ ਨਹੀਂ, ਉਹ ਨਾਲੇ ਮਿਲਣ ਨੂੰ ਕੀ ਆ, ਆਪਾਂ ਤੈਨੂੰ ਹੀ ਮਿਲ ਲੈਂਦੇ ਆ। ਤੁਹਾਡੀਆਂ ਗੱਲਾਂ ਮੇਰੇ ਪੱਲੇ ਨਹੀਂ ਪੈ ਰਹੀਆਂ। ਤੁਸੀਂ ਕੌਣ ਹੋ? ਉਹ ਮੈਂ ਤਾਂ ਕੇਰੂ ਦਾ ਯਾਰ ਬੇਲੀ ਆ, ਜੀਤਾ ਨਾਂ ਹੈ ਮੇਰਾ। ਪਰ ਤੂੰ ਕੌਣ ਹੈ? ਮੈਂ ਉਹਨਾਂ ਦੀ ਘਰ ਵਾਲੀ ਆ। ਇਨੈਤੀ ਮੇਰਾ ਨਾਂ ਹੈ। ਅੱਛਾ, ਘਰ ਵਾਲੀ। ਉਹ ਖੇਤ ਗਏ ਨੇ, ਜੇ ਤੁਸੀਂ ਉਹਨਾਂ ਨੂੰ ਮਿਲਣਾ ਤਾਂ ਉੱਥੇ ਹੀ ਜਾ ਕੇ ਮਿਲ ਲਓ। ਉਹਨਾਂ ਨੂੰ ਵੀ ਮਿਲ ਲਾਂਗੇ, ਪਹਿਲਾਂ ਇਹਨਾਂ ਨੂੰ ਤਾਂ ਮਿਲ ਲਈਏ। ਤੁਸੀਂ ਮੇਰੇ ਵੱਲ ਕਿਉਂ ਵੱਧ ਰਹੇ ਹੋ? ਦੇਖੋ, ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਨਾ ਕਰਨਾ, ਨਹੀਂ ਤਾਂ ਮੈਂ ਦਾਤੀ ਮਾਰ ਕੇ ਤੇਰਾ ਢਿੱਡ ਪਾੜ ਦਿਆਂਗੀ। ਅੱਛਾ ਜੀ। ਤੂੰ ਕੀ ਸਮਝਦੀ ਹੈ, ਮੈਂ ਤੇਰੇ ਨਾਲ ਜ਼ਬਰਦਸਤੀ ਕਰਾਂਗਾ? ਟਾਕਿਆਂ ਦੇ ਭਾਅ ਖਰੀਦੀ ਹੋਈ ਟੀਵੀ ਨਾਲ, ਟਾਕਿਆਂ ਦੇ ਭਾਅ ਖਰੀਦ ਕੇ ਲਿਆ ਤੈਨੂੰ ਕੇਰੂ ਤੇਰਾ ਖਸਮ 10 ਨੰਬਰੀਆ। ਜਾਣਦੀ ਹੋ ਟਕੇ ਕਿੱਥੋਂ ਆਏ ਨੇ? ਅਸੀਂ ਇਕੱਠਿਆਂ ਨੇ ਲੁੱਟੇ ਨੇ, ਤੇ ਉਹਨਾਂ ਟਕਿਆਂ ਨਾਲ ਖਰੀਦੀ ਹੋਈ ਚੀਜ਼ ਵੀ ਸਾਡੀ ਸਾਂਝੀ ਹੋਈ ਕਿ ਨਹੀਂ? ਤੇ ਫਿਰ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੀ ਲੋੜ ਹੈ? ਮੈਂ ਫੇਰ ਆਵਾਂਗਾ ਜਦੋਂ ਤੇਰਾ ਖਸਮ ਘਰੇ ਹੋਇਆ, ਉਹ ਤੈਨੂੰ ਆਪ ਭੇਜੇਗਾ ਮੇਰੇ ਕੋਲ। ਜੇ ਕੋਈ ਸ਼ੱਕ ਹੈ ਤਾਂ ਪੁੱਛ ਲਈ ਉਹਦੇ ਕੋਲੋਂ। ਤੇਰੀ ਇਹ ਹਸਰਤ ਕਦੇ ਪੂਰੀ ਨਹੀਂ ਹੋਏਗੀ। ਮੈਨੂੰ ਉਹਨਾਂ ਤੇ ਭਰੋਸਾ ਹੈ, ਜਿਵੇਂ ਮੈਨੂੰ ਮੇਰੇ ਅੱਲਾ ਤੇ ਭਰੋਸਾ ਹੈ। ਉਹ ਇਹੋ ਜਿਹਾ ਕਦੇ ਵੀ ਨਹੀਂ ਹੋਣ ਦੇਣਗੇ। ਵਕਤਾਂ ਤੇ ਪਤਾ ਚੱਲ ਜਾਏਗਾ ਕੁੜੀਏ। ਮੈਂ ਕਹਿੰਦੀ ਹਾਂ ਦਫਾ ਹੋ ਜਾ ਮੇਰੇ ਘਰੋਂ। ਤੇਰਾ ਘਰ ਵੱਡੀ ਘਰ ਵਾਲੀ, ਬਾਲੇ ਉੱਚੇ ਖਾਬ ਨਾ ਦੇਖ, ਪਛਤਾਏਗੀ। ਅੱਲਾ, ਤੇਰੀ ਇਸ ਦੁਨੀਆ ਵਿੱਚ ਸ਼ਰੀਫਾਂ ਦਾ ਜੀਣਾ ਇੰਨਾ ਮੁਸ਼ਕਿਲ ਕਿਉਂ ਹੈ? ਤੂੰ ਕਿਉਂ ਹਰ ਘੜੀ ਆਪਣੇ ਬੰਦਿਆਂ ਨੂੰ ਇਮਤਿਹਾਨ ਵਿੱਚ ਪਾਈ ਰੱਖਦਾ ਹੈ? ਕੇਸਿਆ ਘਰੇ ਆ ਬਈ। ਕੇਸਿਆ। ਕੌਣ? ਮੈਂ ਤੇ ਇਹ ਜਾਗਰ ਸਿੰਘ, ਇਸ ਪਿੰਡ ਦਾ ਸਰਪੰਚ। ਸਾਰੇ ਪਿੰਡ ਵਾਲੇ ਮੈਨੂੰ ਤਾਇਆ ਆ ਕੇ ਬੁਲਾਉਂਦੇ ਨੇ। ਹਾਂ ਜਾਓ, ਲੰਘੋ। ਰੁਕੋ, ਮੈਂ ਮੰਜਾ ਲਿਆਉਣੀ ਆ। ਸ਼ਹਿਰੋਂ ਆਇਆ ਸੀ ਪੁੱਤਰ, ਮੈਂ ਸੋਚਿਆ ਬਿੰਦ ਝੱਟ ਕੇਸੂ ਨਾਲ ਗੱਲਬਾਤ ਕਰ ਆਈਏ। ਦਿਖਦਾ ਨਹੀਂ ਕੇਸੂ ਗਿਆ ਹੋਇਆ ਕਿਧਰੇ। ਉਹ ਖੇਤ ਗਏ ਨੇ। ਤੁਸੀਂ ਕੀ ਪੀਓਗੇ, ਚਾਹ ਜਾਂ ਲੱਸੀ? ਨਹੀਂ ਬਸ ਪੁੱਤਰ,
ਚੱਲ ਏਦਾਂ ਕਰ, ਥੋੜੀ ਜਿਹੀ ਲੱਸੀ ਲਿਆ। ਧੀਏ, ਜਦ ਤੂੰ ਇਸ ਘਰ ਚ ਆਈ ਹੈ, ਮੈਂ ਅੱਜ ਪਹਿਲੀ ਵਾਰ ਆਇਆ। ਇੱਕ ਗੱਲ ਆਖਾਂ ਧੀਏ, ਜਦੋਂ ਕੇਸੂ ਤੈਨੂੰ ਪਹਿਲੀ ਵਾਰ ਇਸ ਘਰ ਚ ਲੈ ਕੇ ਆਇਆ ਸੀ ਤਾਂ ਸਾਰੇ ਪਿੰਡ ਵਾਲਿਆਂ ਨੇ ਬੜਾ ਰੌਲਾ ਪਾਇਆ, ਪਰ ਮੈਨੂੰ ਰੌਲਾ ਚੰਗਾ ਨਹੀਂ ਸੀ ਲੱਗਿਆ। ਅੱਜ ਤੈਨੂੰ ਵੇਖ ਕੇ, ਤੈਨੂੰ ਮਿਲ ਕੇ ਮੈਨੂੰ ਯਕੀਨ ਹੋ ਗਿਆ ਕਿ ਵਾਕਈ ਪਿੰਡ ਵਾਲੇ ਗਲਤ ਸਨ। ਤੇਰੇ ਬੋਲਣ ਚੋਂ ਇੱਕ ਲਿਆਕਤ ਝਲਕਦੀ ਹੈ ਧੀਏ, ਇੱਕ ਨੇਕ ਹੈ ਤੇਰੀ ਹਾਜ਼ਰੀ 'ਚ। ताया जी, मैं बड़ी देर बाद अपने लिए ने मुंह पर ये लफ्ज सुने ने। ਕੀ ਗੱਲ ਧੀਏ, ਕੇਸੂ ਤੇਰੇ ਨਾਲ ਠੀਕ ਵਰਤਾਓ ਨਹੀਂ ਕਰਦਾ? नहीं नहीं ताया जी, वो तो मेरा बड़ा ख्याल रखते ने। ਫਿਰ ਤੂੰ ਰੋ ਕਿਉਂ ਰਹੀ ਹੈ? ताया जी, मैं अपनी जिंदगी विच इन्ने दुख देखे ने कि हुण जरा को भी प्यार मिलदा तो मेथों संभालिया नहीं जांदा। जद मैं जवान हुई ਤਾਂ ਪਿੰਡ ਦੇ ਲੰਬੜਾ ਦੇ ਮੁੰਡੇ ਮੇਰੇ ਵੈਰੀ ਬਣ ਗਏ। ਮੇਰੇ ਵੱਲ ਇਵੇਂ ਝਾਕਦੇ ਜਿਵੇਂ ਮੈਂ ਕੋਈ ਭੇਡ ਬੱਕਰੀ ਹੋਵਾਂ ਤੇ ਉਹ ਮੈਨੂੰ ਖਾ ਜਾਣਾ ਚਾਹੁੰਦੇ ਹੋਣ। ਮੇਰੇ ਘਰਦਿਆਂ ਨੇ ਤੰਗ ਆ ਕੇ ਮੇਰਾ ਵਿਆਹ ਇੱਕ ਤੋਂ ਹੱਜੂ ਨਾਲ ਕਰਨ ਦੀ ਸੋਚ ਲਈ। 2-250 ਰੁਪਇਆ ਵੀ ਫੜ ਲਿਆ। ਮੈਨੂੰ ਉਹਨਾਂ ਤੇ ਡਾਢਾ ਗੁੱਸਾ ਆਇਆ ਤੇ ਮੈਂ ਆਪਣੇ ਪਿੰਡ ਦੇ ਮੁੰਡੇ ਕਹਿਲੇ ਨਾਲ ਘਰੋਂ ਭੱਜ ਨਿਕਲੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਕਹਿਲਾ ਮੈਨੂੰ ਕੇਰੂ ਕੋਲ 800 ਚ ਵੇਚ ਗਿਆ। ਪਰ ਹੁਣ ਕੀ ਧੀਏ? ਤਾਇਆ ਜੀ, ਹੁਣ ਮੈਨੂੰ ਇੰਜ ਲੱਗਦਾ ਜਿਵੇਂ ਮੈਂ ਇੱਥੇ ਲਈ ਹੀ ਬਣੀ ਹੋਵਾਂ। ਹੁਣ ਮੈਨੂੰ ਇਹ ਘਰ ਆਪਣਾ ਆਪਣਾ ਲੱਗਦਾ ਤੇ ਉਹ ਵੀ। ਮੈਨੂੰ ਆਸ ਹੈ ਧੀਏ ਵੀ ਤੇਰਾ ਯਕੀਨ ਬਣਿਆ ਰਹੇਗਾ। ਕੇਰੂ ਦਲੇਰ ਮਾਰਦਾ ਹੈ, ਕੋਈ ਐਰਾ ਗੈਰਾ ਨਹੀਂ। ਪਰ ਤਾਇਆ ਜੀ, ਲੋਕੀ ਉਹਨੂੰ 10 ਨੰਬਰ ਹੀ ਕਿਉਂ ਕਹਿੰਦੇ ਨੇ? ਧੀਏ, ਕਈ ਵਾਰੀ ਘਰ ਦੇ ਹਾਲਾਤ ਹੀ ਬੰਦੇ ਨੂੰ ਵਿਗਾੜ ਕੇ ਰੱਖ ਦਿੰਦੇ ਨੇ। ਕੇਰੂ ਦਾ ਆਪਣੀ ਮਾਂ ਨਾਲ ਬਹੁਤ ਪਿਆਰ ਸੀ, ਪਰ ਉਸ ਦਾ ਪਿਓ ਉਸ ਦੀ ਮਾਂ ਨੂੰ ਬਹੁਤ ਕੁੱਟਦਾ ਮਾਰਦਾ ਹੁੰਦਾ ਸੀ ਤੇ ਉਹਦੀ ਮਾਂ ਮਰ ਗਈ। ਬਸ ਉਸੇ ਦਿਨ ਤੋਂ ਦੁਨੀਆ ਦੀ ਭੰਨ ਤੋੜ ਕਰਕੇ ਕੇਰੂ ਨੇ ਆਪਣੀ ਮਾਂ ਦੇ ਜ਼ਖਮਾਂ ਦਾ ਬਦਲਾ ਲੈਣਾ ਸ਼ੁਰੂ ਕਰਤਾ। ਪਰ ਜੇ ਤੂੰ ਚਾਹੇ ਪੁੱਤਰ ਤਾਂ ਉਸ ਨੂੰ ਬਦਲ ਸਕਦੀ ਹੈ। ਮੈਂ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹਾਂ ਤਾਇਆ ਜੀ, ਤੇ ਮੈਨੂੰ ਲੱਗਣ ਵੀ ਲੱਗ ਪਿਆ ਕਿ ਮੈਂ ਕਾਮਯਾਬ ਹੋ ਜਾਵਾਂਗੀ। ਦੇਖਤੀ ਏ, ਕੇਰੂ ਦੇ ਪਿਓ ਨੇ ਉਸ ਤੋਂ ਉਸ ਦੀ ਮਾਂ ਦਾ ਪਿਆਰ ਖੋ ਕੇ ਉਸ ਨੂੰ ਕੇਰੂ 10 ਨੰਬਰੀਆ ਬਣਾਇਆ ਤੇ ਤੂੰ ਉਹੀ ਮਾਂ ਵਾਲਾ ਪਿਆਰ ਦੇ ਕੇ ਉਸ ਨੂੰ 100 ਕੇਸ ਨੂੰ ਬਣਾ ਸਕਦੀ ਹੈ। ਮਾਂ ਵਾਲਾ ਪਿਆਰ? ਹਾਂ ਪੁੱਤਰ, ਹਰ ਮਰਦ ਆਪਣੀ ਤੀਵੀਂ ਚੋਂ ਕਈ ਰੂਪ ਵੇਖਣਾ ਚਾਹੁੰਦਾ ਹੈ। ਕਦੇ ਮਾਂ ਦਾ, ਕਦੇ ਭੈਣ ਦਾ, ਕਦੇ ਧੀ ਦਾ ਤੇ ਕਦੇ ਘਰ ਵਾਲੀ ਦਾ। ਤੇ ਮੈਨੂੰ ਯਕੀਨ ਹੈ ਵੀ ਤੂੰ ਇਹ ਚਮਤਕਾਰ ਕਰ ਵਿਖਾ ਸਕਦੀ ਹੈ। ਦੇਖ ਪੁੱਤਰ, ਇਹ ਆਪਣੇ ਆਪ 'ਚ ਇੱਕ ਜੰਗ ਹੈ, ਹੈਵਾਨੀਅਤ ਦੇ ਖਿਲਾਫ ਇਨਸਾਨੀਅਤ ਦੀ ਜੰਗ। ਪਰ ਤੂੰ ਇਸ ਜੰਗ 'ਚ ਆਪਣੇ ਆਪ ਨੂੰ ਇਕੱਲਾ ਨਾ ਸਮਝੀ। ਮੇਰਾ ਆਸ਼ੀਰਵਾਦ ਤੇਰੇ ਨਾਲ ਹੈ ਪੁੱਤਰ। ਉਹ ਤਾਇਆ, ਇੱਕ ਅੱਧਾ ਆਸ਼ੀਰਵਾਦ ਇੱਧਰ ਵੀ ਦੇ ਦੇ ਕਿ ਸਾਰੇ ਤੀਵੇਂ ਲਈ ਸਾਂਭ ਕੇ ਰੱਖੇ ਆ। ਓਏ ਪਤੰਦਰਾ, ਇੱਧਰ ਦਿੱਤਾ ਆਸ਼ੀਰਵਾਦ ਵੀ ਤਾਂ ਤੇਰੇ ਵਾਸਤੇ ਹੀ ਹੈ, ਤਾਂ ਜੋ ਇਹ ਕੁੜੀ ਤੈਨੂੰ 10 ਨੰਬਰੀ ਕੇਰੂ ਤੋਂ 100 ਕੇਸ ਨੂੰ ਬਣਾ ਸਕੇ। ਤਾਇਆ 10 ਨੰਬਰ ਹੀ ਹੁਣ ਕਿੱਥੇ ਰਹਿਣ ਦਊ ਮੈਨੂੰ ਇਹ। ਮੈਨੂੰ ਤਾਂ ਲੱਗਦਾ ਇਹਨੇ ਇੱਕ ਦਿਨ ਮੇਰੇ ਸਾਰੇ ਨੰਬਰ ਨਾ ਆਪਣੇ ਕਬਜ਼ੇ 'ਚ ਕਰ ਲੈਣੇ ਆ। ਮੈਂ ਤੇ ਸੁਣਿਆ ਸੀ ਵੀ ਬੰਗਾਲਣਾ ਕਾਲਾ ਜਾਦੂ ਜਾਣਦੀ ਐ, ਪਰ ਮੈਨੂੰ ਲੱਗਦਾ ਵੀ ਕੈਲਾ ਇਹਨੂੰ ਲੈ ਕੇ ਕਿਤੇ ਬੰਗਾਲ 'ਚ ਘੁੰਮਦਾ ਰਿਹਾ। ਸੁਣ ਲਓ ਤਾਇਆ ਜੀ ਇਹਨਾਂ ਦੀਆਂ ਗੱਲਾਂ। ਧੀਏ, ਮਰਦਾਂ ਦੇ ਤਾਰੀਫ ਕਰਨ ਦਾ ਢੰਗ ਇਹੋ ਜਿਹਾ ਹੀ ਹੁੰਦਾ। ਆਏ ਮੈਂ ਮਰ ਜਾ, ਆ ਦੇਖ ਤਾਇਆ ਕਿਵੇਂ ਸੰਗਣ ਰਹੀ ਐ। ਉਹ ਅਜੇ ਤਾਂ ਤੂੰ ਸੰਗੇਗੀ, ਆ ਜਦੋਂ ਮੈਂ ਤੈਨੂੰ ਪਰਨੇ ਵਾਲੀ ਪੋਟਲੀ ਖੋਲ ਕੇ ਦਿਖਾਈ ਤਾਂ। ਚੰਗਾ ਬੁੱਲਿਆ, ਮੈਂ ਤਾਂ ਫਿਰ ਚੱਲਾਂ ਹੈ। ਤਾਇਆ ਤੂੰ ਹੁਣ ਕਿਹੜੀ ਗੱਲੋਂ ਸੰਗਣ ਲੱਗ ਪਿਆ? ਠਹਿਰ ਜਾ ਦੋ ਘੜੀ। ਆ ਮੈਂ ਨਾ ਅੱਜ ਗੁਰਦੁਆਰੇ ਜਾ ਕੇ ਆਇਆ ਤੇ ਭਾਈ ਜੀ ਤੋਂ ਤੇਰਾ ਨਵਾਂ ਨਾਂ ਕਢਵਾਇਆ ਹੈ। ਸੁਣੇਗੀ ਕੀ ਨਾਂ ਤੇਰਾ? ਹਾਂ, ਹਰਬੰਸ ਕੌਰ। ਕਿਉਂ
ਚੰਗਾ ਹੈ ਨਾ? ਚੰਗਾ ਹੈ, ਬਹੁਤ ਚੰਗਾ ਹੈ। ਹਾਂ, ਤੁਸੀਂ ਮੇਰਾ ਨਾਂ ਬਦਲ ਕੇ ਮੇਰੀ ਜ਼ਿੰਦਗੀ ਬਦਲ ਦਿੱਤੀ। ਹੁਣ ਮੈਂ ਪੁਰਾਣੀ ਨੈਤੀ ਨਹੀਂ ਬਲਕਿ ਹਰਬੰਸ ਕੌਰ ਹਾਂ, ਤੇਰੀ ਹਰਬੰਸ ਕੌਰ, ਸਿਰਫ ਤੇਰੀ। ਧੀਏ ਤੈਨੂੰ ਤੇਰੀ ਨਵੀਂ ਜ਼ਿੰਦਗੀ ਮੁਬਾਰਕ ਹੋਵੇ। ਇਹ ਭਾਈ ਜੀ ਨੇ ਆ ਦੁਪੱਟਾ ਦੇ ਕੇ ਕਿਹਾ ਸੀ ਬਈ ਆਪਣੀ ਹਰਬੰਸ ਕੌਰ ਦੇ ਸਿਰ ਤੇ ਦੇ ਦੇਵੀਂ। ਇਹ ਆ ਲੈ। ਹੁਣ ਬਣ ਗਈ ਹਰਬੰਸ ਕੌਰ ਮੇਰੀ ਬੰਸੋ। ਮੈਂ ਵੀ ਤੁਹਾਨੂੰ ਇੱਕ ਗੱਲ ਦੱਸਣੀ ਸੀ ਜੀ। ਹਾਂ ਹਾਂ ਦੱਸ ਉਹ ਨਾ ਮੈਂ ਦੱਸ। ਆਪਣੇ ਘਰ 'ਚ ਇੱਕ ਨਵਾਂ ਜੀ ਆਉਣ ਵਾਲਾ ਹੈ। ਉਹ ਖੁਸ਼ ਕੀਤਾ ਮੇਰੀ ਬੰਸੋ, ਖੁਸ਼ ਕੀਤਾ। ਓਏ ਕਹਿੰਦੇ ਓਏ ਪਤੰਗਰਾ ਮੇਰੀਆਂ ਕਿਉਂ ਪਸਲੀਆਂ ਤੋੜੀ ਜਾਂਦਾ? ਤੇਰੀ ਬੰਸੋ ਦਾ ਇੱਧਰ ਖੜੀ ਆ ਪਤੰਗਰਾ। ਉਹ ਤਾਇਆ ਤੂੰ ਜਾਏਗਾ ਤਾਂ ਹੀ ਬੰਸੋ ਕੋਲ ਜਾਊਂਗਾ ਮੈਂ। ਚੰਗਾ ਬੰਦੋ। इधरों मोहब्बत के उधरों प्यार, एक मुट्ठी चॉकलेट दूजी उधार। इधरों मोहब्बत के उधरों प्यार, एक मुट्ठी चॉकलेट दूजी उधार। एक एक जोड़ के ना बंदा मेरा छोड़ दे, जिथे कोई रच रोना रचदा। नींद जी सुलखड़ी का गीत भी सुलखड़ी ने कायू मेरा जामदा चचदा। नगद आदमी दे मुख दे उतार, एक मुट्ठी चॉकलेट। एक मुट्ठी चॉकलेट दूजी प्यार, एक मुट्ठी चॉकलेट दूजी प्यार, एक मुट्ठी चॉकलेट दूजी प्यार। चॉकलेट दूजी तैयार, एक मुट्ठी 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 चॉकलेट दूजी तैयार। ਕੀ ਕਰਦਾ ਮੇਰਾ ਪੁੱਤ? बापू जी खेल रहे हैं। ਅੱਛਾ, ਵਾਹ ਬਈ ਵਾਹ। ਦੀਪੇ ਇਕੱਲਾ ਹੀ ਖੇਡਦਾ, ਮੁੰਡਿਆਂ ਨਾਲ ਨਹੀਂ ਖੇਡਦਾ ਜਾ ਕੇ ਹੈ? हाँ बापू जी। ਚੱਲ ਕੋਈ ਆ ਲੈ ਆ ਪੁੱਤ ਗਲਾਸ ਅੰਦਰ ਰੱਖਿਆ। अच्छा बापू। बापू बापू जी एक गल पूछा। ਆ ਪੁੱਤ ਪੁੱਛ। बापू मैं तेरा पुत्त हां कि बीबी दा? ਸਾਡੇ ਦੋਵਾਂ ਦਾ। बापू तू की है? ਮੈਂ ਤੇਰਾ ਬਾਪੂ ਆ। नहीं बापू वैसे तू की है? ਵੈਸੇ ਕੀ ਹੈ ਪੁੱਤ? ਕਿਹੋ ਜਿਹੀਆਂ ਗੱਲਾਂ ਕਰਦਾ? बापू तू मुसलमान है कि हिंदू? ਨਹੀਂ ਪੁੱਤ, ਮੈਂ ਪੁੱਤ ਤੇਰਾ ਬਾਪੂ ਆ, ਕੇਰ ਸਿੰਘ ਜੱਟ ਸਿੱਖ। फिर मुंडे मेनू है क्यों कहंदे कि तू मुसलमाना दा मुंडा? ਕਿਹੜੇ ਮੁੰਡੇ ਦੀਪੇ? ਇਹ ਤੈਨੂੰ ਕਿਹਨੇ ਕਿਹਾ? सारे मुंडे कहंदे हैं कि तू मुसलमान है ते मुसलमान हुण इत्थे नहीं रह सकदे। और नाले एक वखरा मुल्क बन गया पाकिस्तान। ਉਹ ਪੁੱਤ ਮੁੰਡੇ ਤਾਂ ਝੱਲੇ ਆ, ਐਵੇਂ ਗੱਲਾਂ ਮਾਰਦੇ। ਚੱਲ ਤੂੰ ਜਾ ਕੇ ਖੇਡ, ਕੋਈ ਨਹੀਂ। ਹਾਂ, फिर बापू जे तू मुसलमान नहीं तो मैं मुसलमान किवें होया? ਤੈਨੂੰ ਕੌਣ ਕਹਿੰਦਾ ਤੂੰ ਮੁਸਲਮਾਨ ਹੈ? ਉਹ ਤਾਂ ਤੇਰੀ ਮਾਂ। बापू मेरी माँ कौन है? ਤੇਰੀ ਮਾਂ ਹੈ, ਮੇਰੀ ਘਰ ਵਾਲੀ ਹਰਬੰਸ ਕੌਰ। ਹੋਰ ਦੱਸ ਕੀ ਪੁੱਛਣਾ ਹੈ? ਚੱਲ ਭੱਜ ਤੂੰ। ਜਵਾਬ ਨੂੰ ਕਿ ਗੁੱਸੇ ਹੁੰਦੇ ਹੋ? ਦੀਪੇ ਤੂੰ ਸਾਡਾ ਪੁੱਤ ਹੈ, ਕੇਰੂ ਤੇ ਬੰਸੋ ਦਾ। ਐਵੇਂ ਕਿਸੇ ਦੀ ਗੱਲਾਂ ਨਾ ਸੁਣਿਆ ਕਰ, ਚੰਗਾ? ਚੱਲ ਮੇਰਾ ਪੁੱਤ ਖੇਡ ਜਾ ਕੇ। ठीक है बेटा। ਲੋਕ ਵੀ ਸਾਲੇ ਮੇਰੇ। ਗੱਲ ਸੁਣੋ, ਕੀ ਸੱਚੀ ਕੀ ਸੱਚੀ ਹੈ? ਤੂੰ ਵੀ ਲੋਕਾਂ ਪਿੱਛੇ ਲੱਗ ਕੇ ਗੁੱਸੇ ਕਿਉਂ ਹੁੰਦੇ ਹੋ? ਪਿੰਡ 'ਚ ਉੱਡਦੀ ਗੱਲ ਤਾਂ ਮੈਂ ਵੀ ਸੁਣੀ ਹੈ ਵੀ ਸ਼ਾਇਦ ਮੁਸਲਮਾਨ ਕੁੜੀਆਂ ਨੂੰ ਵਾਪਸ ਪਾਕਿਸਤਾਨ ਜਾਣਾ ਪਵੇ। ਤੇ ਤੂੰ ਡਰ ਗਈ ਹੈ? ਉਹ ਤੂੰ ਮੇਰੀ ਬੰਸੋਂ ਹੈ, ਮੇਰੀ ਕੇਰੂ ਦੀ। ਕਿਹੜਾ ਜੰਮਿਆ ਤੈਨੂੰ ਮੇਰੇ ਕੋਲ ਜੁਦਾ ਕਰਨ ਵਾਲਾ? ਨਾ ਤੈਨੂੰ ਮੇਰੀਆਂ ਇਹਨਾਂ ਬਾਹਾਂ ਤੇ ਭਰੋਸਾ ਨਹੀਂ? ਇਹਨਾਂ ਬਾਹਾਂ ਤੇ ਭਰੋਸੇ ਹੀ ਤਾਂ ਉੱਡੀ ਫਿਰਦੀ ਆ, ਪਰ ਮੈਨੂੰ ਮੇਰੀ ਕਿਸਮਤ ਤੇ ਭਰੋਸਾ ਨਹੀਂ। ਉਹ ਹੁਣ ਰੋਣ ਕਿਉਂ ਲੱਗ ਪਈ ਹੈ? ਚੱਲ ਕੋਈ ਨਹੀਂ, ਰੋ ਲੈ। ਤੂੰ ਰੋਂਦੀ ਰੋਂਦੀ ਜਦੋਂ ਮੇਰੀ ਹਿੱਕ ਨਾਲ ਲੱਗ ਜਾਂਦੀ ਹੈ ਨਾ, ਉਦੋਂ ਫਿਰ ਮੇਰਾ ਵੀ ਰੋਣ ਨੂੰ ਜੀ ਕਰ ਆਉਂਦਾ। ਹਟੋ, ਮੈਨੂੰ ਰੋਣਾ ਆ ਰਿਹਾ ਤੇ ਤੁਹਾਨੂੰ ਸ਼ਰਾਰਤਾਂ ਸੁੱਝ ਰਹੀਆਂ। ਉਹ ਸ਼ਰਾਰਤਾਂ ਕਰਨ ਦਾ ਵੀ ਮੌਕਾ ਹੁਣ ਕਦੇ ਕਦੇ ਹੀ ਮਿਲਦਾ ਹੈ, ਨਹੀਂ ਤਾਂ ਦੀਪਾ ਹੀ। बापू तू की है? ਉਹ ਤੇਰੀ ਕੰਜਰਾ, ਤੂੰ ਪਿੱਛੇ ਖੜਾ ਸੀ।
ਰੁਕ ਇੱਧਰ ਆ ਤੂੰ ਮੈਂ ਦੱਸਾਂ ਹੈਂ। ਹੁਣ ਪਿਓ ਪੁੱਤ ਆਪਣੀਆਂ ਮਸਤੀਆਂ ਛੱਡੋ। ਦੀਪੇ ਤੂੰ ਚੱਲ ਮੇਰੇ ਨਾਲ ਪੁੱਤ, ਆਪਾਂ ਸਾਗ ਤੋੜ ਕੇ ਲਿਆਈਏ। ਕਿੰਨੇ ਦਿਨ ਹੋ ਗਏ ਸਾਗ ਨਹੀਂ ਖਾਦਾ। ਜਾ ਪੁੱਤ ਆਪਣੀ ਮਾਂ ਨਾਲ ਜਾ ਕੇ ਸਾਗ ਤੋੜ ਲਿਆ ਹੈ। ਠੀਕ ਹੈ ਬਾਪੂ। ਆ ਲੋਕੀ ਕਹਿਣਗੇ ਆ ਵੇਖੋ ਗੰਦਲ ਗੰਦਲਾ ਤੋੜਦੀ ਐ। ਦੀਪੇ ਤੂੰ ਚੱਲ ਪੁੱਤ, ਤੇਰਾ ਬਾਪੂ ਵੀ ਨਾ ਬਸ। ਹੈ ਸੱਚੇ ਪਾਤਸ਼ਾਹ, ਇਸ ਘਰ ਨੂੰ ਇਸ ਤਰ੍ਹਾਂ ਵਸਦਾ ਰਸਤਾ ਰੱਖੀ, ਕਿਸੇ ਦੀ ਨਜ਼ਰ ਨਾ ਲੱਗਣ ਦੇਈ। ਕੇਰ ਸਿਆ, ਓ ਬਾਈ ਕੇਰ ਸਿਆ। ਕਿਹੜਾ ਬਈ? ਉਹ ਆ ਬਈ ਜੀਤਿਆ, ਆ ਜਾ ਲੰਘਿਆ, ਆ ਜਾ ਬਹਿ ਜਾ। ਹੋਰ ਸੁਣਾ ਕੀ ਹਾਲ ਹੈ ਤੇਰਾ? ਮੇਰਾ ਹਾਲ ਤਾਂ ਠੀਕ ਹੈ ਕੇਰ ਸਿਆ, ਪਰ ਤੇਰਾ ਠੀਕ ਨਹੀਂ ਲੱਗਦਾ। ਕੀ ਗੱਲ ਜੀਤਿਆ, ਬੜਾ ਉਪਰਿਆ ਜਾਂ ਕੋਈ ਗੱਲਾਂ ਕਰਦਾ? ਉਪਰਾ ਤੇ ਤੂੰ ਹੋ ਗਿਆ ਪਤੰਦਰਾ, ਯਾਰਾਂ ਦਾ ਸਾਥ ਛੱਡ ਗਿਆ। ਟਕਿਆਂ ਦੇ ਪਾ ਖਰੀਦੀ ਹੋਈ ਤੀਵੀਂ ਪਿੱਛੇ ਲੱਗ ਕੇ ਯਾਰ ਨੂੰ ਭੁਲਾ ਦੇਣਾ ਇਹ ਕੋਈ ਠੀਕ ਨਹੀਂ। ਨਾਲੇ ਗੱਲ ਸੁਣ, ਯਾਦ ਕਰੋ ਦਿਨ ਜਦੋਂ ਆਪਾਂ ਉੱਚੇ ਪਿੰਡ ਡਾਕਾ ਮਾਰਿਆ ਸੀ, ਮੈਂ ਪੁਲਿਸ ਦੇ ਕਾਬੂ ਆ ਗਿਆ। ਥਾਣੇਦਾਰ ਨੇ ਕੁੱਟ-ਕੁੱਟ ਕੇ ਮੇਰੀ ਲੱਤ ਤੋੜਤੀ, ਪਰ ਮੇਰੀ ਜ਼ੁਬਾਨ ਤੋਂ ਤੇਰਾ ਨਾਂ ਤੱਕ ਨਹੀਂ ਸੀ ਨਿਕਲਿਆ। ਤੇ ਹੁਣ ਦੇਖ ਲੈ, ਮੈਂ ਕੱਲਾ ਹੀ 10 ਸਾਲਾਂ ਦੀ ਕੈਦ ਕੱਟ ਕੇ ਆਇਆ। ਤੂੰ ਪਤੰਦਰਾ ਵਿਆਹ ਵੀ ਕਰਵਾ ਲਿਆ, ਪਿਓ ਵੀ ਬਣ ਗਿਆ, ਤੇ ਯਾਰਾਂ ਨੂੰ ਪੁੱਛਿਆ ਤੱਕ ਨਹੀਂ। ਕਾਡੀਆਂ ਦੇ ਪਾ ਖਰੀਦੀ ਤੀਵੀਂ ਪਿੱਛੇ ਲੱਗ ਕੇ ਆਹ ਕੰਮ। ਜੀਤਿਆ ਉਹ ਮੇਰੀ ਘਰ ਵਾਲੀ ਹੈ, ਉਹਦੇ ਬਾਰੇ ਤਮੀਜ਼ ਨਾਲ ਗੱਲ ਕਰ। ਅੱਛਾ, ਘਰ ਵਾਲੀ। ਘਰ ਵਾਲੀ, ਹਾਂ ਬਈ ਘਰ ਵਾਲੀ ਤਾਂ ਹੈ, ਤਾਂ ਹੀ ਘਰ ਬਣਿਆ। ਲਿਪੀਆਂ ਹੋਈਆਂ ਕੰਧਾਂ, ਪੋਚਿਆ ਹੋਇਆ ਵਿਹੜਾ, ਤੇ ਸਲੀਕੇ ਨਾਲ ਰੱਖੀ ਹੋਈ ਹਰ ਇੱਕ ਚੀਜ਼। ਘਰ ਤਾਂ ਹੋਣੇ ਲੱਗਦਾ ਹੈ, ਪਰ ਘਰ ਵਾਲੀ ਗੱਲ ਗਲਤ, ਉੱਕਾ ਹੀ ਗਲਤ। ਦੇਖ ਪਤੰਦਰਾ, ਜੇ ਤੂੰ ਯਾਰ ਦੀ ਸੇਵਾ ਨਹੀਂ ਕਰਨਾ ਚਾਹੁੰਦਾ ਤਾਂ ਕੋਈ ਬਾਤ ਨਹੀਂ। ਮੇਰੀ ਗੱਲ ਸੁਣ, ਕੰਜਰਾ ਸਮਾਂ ਦੇਖ ਕਿਹੋ ਜਿਹਾ ਚੱਲ ਰਿਹਾ ਹੈ। ਲੁੱਟ-ਲੁੱਟ ਕੇ ਲੋਕਾਂ ਨੇ ਆਪਣੇ ਘਰ ਭਰ ਲਏ, ਤੇ ਜਦੋਂ ਭਾਂਤ-ਭਾਂਤ ਦੀਆਂ ਤੀਵੀਆਂ ਮਾਨਣ ਦਾ ਵੇਲਾ ਆਇਆ ਤੇ ਤੂੰ ਇੱਕ ਜਨਾਨੀ ਦੇ ਗੋਡੇ ਮੋਢੇ ਲੱਗ ਕੇ ਬਹਿ ਗਿਆ, ਉਹ ਵੀ ਖਰੀਦੀ ਹੋਈ ਤੀਵੀਂ ਪਿੱਛੇ। ਜ਼ਬਾਨ ਨੂੰ ਲਗਾਮ ਦੇ ਜੀਤਿਆ, ਯਾਰ ਨਾ ਕੋਈ ਘਰ ਆਏ ਦਾ ਖਿਆਲ ਨਹੀਂ ਰੱਖਿਆ। ਹਾਂ, ਮੈਨੂੰ ਪਤਾ ਹੈ ਕੇਰ ਸਿਆ, ਤੈਨੂੰ ਗੁੱਸਾ ਬੜੀ ਛੇਤੀ ਆਉਂਦਾ। ਮੈਂ ਤੇਰੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਦਾ। ਮੈਨੂੰ ਪਤਾ ਹੈ ਤੇਰੇ ਘਰ ਆਇਆ, ਤੂੰ ਮੇਰੀ ਸੇਵਾ 'ਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਬਈ ਤੇਰੇ ਘਰ ਆਇਆ, ਦਾਰੂ ਤਾਂ ਮੈਨੂੰ ਤੂੰ ਪਿਲਾਏਗਾ ਹੀ, ਦਾਰੂ ਦੇ ਨਾਲ ਨਾਲ ਹੁਣ ਰੋਟੀ ਵੀ ਸੁੱਖ ਨਾਲ ਸੋਹਣੀ ਮਿਲੂ। ਉਹ ਤੇਰੇ ਬਣਾਉਣ ਵਾਲੀ ਜੋ ਆ ਗਈ, ਰਾਤ ਰਹਿਣ ਲਈ ਵੀ ਜ਼ਰੂਰ ਕਹੇਗਾ। ਮੰਜਾ ਬਿਸਤਰਾ ਤਾਂ ਤੂੰ ਮੈਨੂੰ ਦੇਂਗਾ ਹੀ। ਮੈਨੂੰ ਇਹ ਵੀ ਪਤਾ ਕਿ ਬਿਸਤਰਾ ਵਿਛਾਉਣ ਤੂੰ ਖੁਦ ਨਹੀਂ ਆਉਂਦਾ, ਉਹਨੂੰ ਬਿਸਤਰਾ ਵਿਛਾਉਣ ਤਾਂ ਭੇਜੇਗਾ ਹੀ। ਜੀਤਿਆ ਜੇ ਮੈਂ ਪਹਿਲਾਂ ਵਰਗਾ ਹੁੰਦਾ ਨਾ, ਤੇਰੇ ਟੋਟੇ ਟੋਟੇ ਕਰਕੇ ਕੁੱਤੇ ਅੱਗੇ ਸੁੱਟੇ ਹੁੰਦੇ। ਤੈਨੂੰ ਪਤਾ ਹੈ ਉਸ ਤੀਵੀਂ ਨੇ ਮੇਰੀ ਜ਼ਿੰਦਗੀ ਚ ਆ ਕੇ ਮੈਨੂੰ ਇੱਕ ਇਨਸਾਨ ਬਣਾ ਦਿੱਤਾ ਹੈ, ਇੱਕ ਸੌ ਇਨਸਾਨ। ਤੇ ਤੂੰ ਮੇਰੇ ਸਾਊ ਪੁਣੇ ਦਾ ਨਜਾਇਜ਼ ਫਾਇਦਾ ਚੁੱਕਣ ਦੀ ਕੋਸ਼ਿਸ਼ ਨਾ ਕਰ। ਯਾਰਾਂ ਨੂੰ ਕੱਢ ਦੇ ਕੇ। ਕਿਹੜੀ ਯਾਰੀ ਹੈ? ਉਹ ਜਿਹੜੀ ਮਿੱਤਰ ਦੀ ਘਰ ਵਾਲੀ ਤੇ ਭੈੜੀ ਅੱਖ ਰੱਖੇ, ਉਹਨੂੰ ਜ਼ਬਰਦਸਤੀ ਕੁੱਟ ਕਟਾਪੇ ਲਈ ਮਜਬੂਰ ਕਰੇ। ਇਹੋ ਜਿਹੀ ਯਾਰੀ ਨੂੰ ਆਪਣੇ ਕੋਲ ਸਾਂਭ ਕੇ ਰੱਖ, ਮੈਂ ਇਸ ਤੋਂ ਬਿਨਾਂ ਹੀ ਚੰਗਾ ਆ। ਪਰ ਕੇਰ ਸਿਆ, ਜੀਤਿਆ ਮੈਂ ਸਾਰੀਆਂ ਬਦਮਾਸ਼ੀਆਂ ਛੱਡ ਚੁੱਕਿਆ ਤੇ ਸੌਂ ਤਰ੍ਹਾਂ ਜੀਣ ਦਾ ਸਵਾਦ ਪੈ ਚੁੱਕਿਆ ਮੈਨੂੰ। ਬਸ ਮੈਨੂੰ ਆਪਣੇ ਤੇ ਹੱਥ ਚੁੱਕਣ ਲਈ ਮਜਬੂਰ ਨਾ ਕਰ। ਜਾ, ਚਲਾ ਜਾ ਇੱਥੋਂ। ਇਹ ਤੂੰ ਸਿਰਫ ਇੱਕ ਤੀਵੀਂ ਪਿੱਛੇ ਲੱਗ ਕੇ ਕਰ ਰਿਹਾ ਹੈ, ਤੇ ਕਿਸੇ ਵੀ ਮਰਦ ਲਈ ਇਹ ਸੋਭਾ ਵਾਲੀ ਗੱਲ ਨਹੀਂ ਕੇਰ ਸਿਆ। ਨਾ ਤੂੰ ਤੀਵੀਂ ਨੂੰ ਕੀ ਸਮਝਦਾ ਹੈ? ਤੀਵੀਂ ਨੂੰ ਜੋ ਸਮਝਣਾ ਚਾਹੀਦਾ ਹੈ, ਜੋ ਤੀਵੀਂ ਹੈ, ਇੱਕ ਚੀਜ਼, ਸੋਹਣੀ ਲੱਗਣ ਵਾਲੀ ਚੀਜ਼, ਖਰੀਦੀ ਜਾ ਸਕਣ ਵਾਲੀ ਚੀਜ਼, ਤੇ ਖਰੀਦ ਕੇ ਵੇਚੀ ਜਾ ਸਕਣ ਵਾਲੀ ਚੀਜ਼, ਇੱਕ ਕਬਜ਼ੇ 'ਚ ਰਹਿਣ ਵਾਲੀ ਚੀਜ਼ ਹੈ ਕੇਰ ਸਿਆ। ਸਾਊ ਮਰਦ ਇਸ ਨੂੰ ਚਾਰ ਲਾਵਾਂ ਲੈ ਕੇ ਵਿਗੜਿਆ ਜਾਂ ਕਸੋਣਾ ਮਰਦ ਇਸ ਨੂੰ
ਖਰੀਦ ਕੇ ਤੇ ਦਲੇਰ ਮਰਦ ਇਸ ਨੂੰ ਹਦਾਲ ਕੇ ਇਸ ਨੂੰ ਇਸ ਦੇ ਘਰੋਂ ਚੁੱਕ ਕੇ ਡਰਾ ਕੇ ਧਮਕਾ ਕੇ ਇਸ ਤੇ ਕਬਜ਼ਾ ਕਰ ਸਕਦਾ ਹੈ। ਇਹ ਪਰਦੇ ਵਿੱਚ ਰਹਿਣ ਵਾਲੀ ਚੀਜ਼ ਹੈ, ਵਰਤੀ ਜਾ ਸਕਣ ਵਾਲੀ ਚੀਜ਼ ਤੇ ਵਰਤ ਕੇ ਸੁੱਟੀ ਜਾ ਸਕਣ ਵਾਲੀ ਚੀਜ਼। ਬਸ ਇੰਨੀ ਕੁ ਤਾਰੀਫ ਹੈ ਤੀਵੀਂ ਦੀ ਕੇਰ ਸਿਆ। ਜੀਤਿਆ, ਮੈਨੂੰ ਇਹ ਤੇ ਪਤਾ ਸੀ ਕਿ ਤੂੰ ਲੁੱਚਾ ਹੈ, ਬਦਮਾਸ਼ ਹੈ, ਪਰ ਇੰਨਾ ਕਮੀਨਾ ਹੋਵੇਗਾ ਕਿ ਆਪਣੇ ਯਾਰ ਨਾਲ ਕਮੀਨਗੀ ਕਰੇਗਾ, ਇਹ ਮੈਨੂੰ ਅੱਜ ਪਤਾ ਲੱਗਿਆ। ਤੇ ਫਿਰ ਕੇਰ ਸਿਆ ਮੇਰੀ ਕਮੀਨਗੀ ਦੀ ਕਦਰ ਕਰ। ਓਏ ਮੈਨੂੰ ਬੈਠਣ ਲਈ ਕਹਿ। ਜੀਤਿਆ, ਇਹ ਤੂੰ ਪਹਿਲਾਂ ਕੋਈ ਪੱਧਰ ਹੋ ਜਾਵੇ, ਇੱਥੋਂ ਦਫਾ ਹੋ ਜਾ, ਨਿਕਲ ਜਾ ਮੇਰੇ ਘਰ ਚੋਂ ਬਾਹਰ। ਓਏ ਮੇਰੀ ਗੱਲ ਮੰਨ ਲੈ, ਸੁਖੀ ਰਹੇਗਾ। ਓਏ ਚੀਜ਼ਾਂ ਯਾਰਾਂ ਬੇਲੀਆਂ ਨਾਲ ਵੰਡ ਕੇ ਖਾਣ 'ਚ ਹੀ ਸਵਾਦ ਆਉਂਦਾ। ਜੀਤਿਆ, ਓਏ ਤੇਰੇ ਕੋਲ ਰਹਿਣਾ ਉਹਨੇ ਫਿਰ ਵੀ ਨਹੀਂ। ਓ ਕਿਉਂ ਮੇਰੇ ਨਾਲ ਵੈਰ ਪਾਉਣਾ? ਓ ਫੈਸਲੇ ਕਰਦੇ ਸਰਕਾਰਾਂ ਨੇ, ਉਹ ਉੱਥੇ ਰਹਿਣਗੀਆਂ। ਚੱਲ ਚੱਲਿਆ ਕਿੱਥੇ ਹੁਣ? ਬੜੇ ਬਦਮਾਸ਼ ਦੀ ਮੈਂ ਖੋ ਜਾ ਹੁਣ, ਤੈਨੂੰ ਮੈਂ ਦੱਸਾਂ ਜਾਣਾ ਕਿੱਥੇ। ਰੁਕ ਜਰਾ। ਮਲੰਗ ਕਿਸੇ ਥਾਂ ਦਾ ਖੜੋ ਹੁਣ। ਬੰਸੋ, ਦੀਪੇ ਦੇ ਬਾਪੂ ਹੱਥ 'ਚ ਕੁਹਾੜੀ ਕਿਉਂ ਫੜੀ ਆ ਤੁਸੀਂ? ਇੰਨਾ ਸਾਹ ਕਿਉਂ ਚੜਾਇਆ? ਬੰਸੋ, ਬੰਸੋ, ਤੈਨੂੰ ਕੋਈ ਨਹੀਂ ਖੋ ਸਕਦਾ, ਤੈਨੂੰ ਕੋਈ ਨਹੀਂ ਲਿਜਾ ਸਕਦਾ। ਤੂੰ ਮੇਰੀ ਬੰਸੋ ਹੈ, ਤੂੰ ਮੇਰੇ ਨਾਲ ਰਹੇਗੀ। ਤੈਨੂੰ ਕੋਈ ਨਹੀਂ ਖੋ ਸਕਦਾ ਮੇਰੇ ਕੋਲੋਂ, ਕੋਈ ਨਹੀਂ ਖੋ ਸਕਦਾ ਤੈਨੂੰ। ਅੱਖੀ ਯਾਦੀ ਯਾਰ ਤੇ ਤਰੇ ਜਿਹੜਾ ਉਹ ਕਾਦਾ ਏ ਯਾਰ ਗੱਦਾਰ ਬੇਲੀ। ਕਾਦਾ ਏ ਯਾਰ ਗੱਦਾਰ ਬੇਲੀ। ਉਹ ਕਾਦਾ ਏ ਯਾਰ ਗੱਦਾਰ ਬੇਲੀ। ਕਾਦਾ ਏ ਯਾਰ ਗੱਦਾਰ ਬੇਲੀ। ਉਹੇ ਅੱਗੇ ਖਲੋ ਕੇ ਕੱਲ ਗਾਲਾ ਕਰੇ ਯਾਰੀ ਨੂੰ ਸ਼ਰਮ ਸਾਰ ਬੇਲੀ। ਯਾਰੀ ਨੂੰ ਸ਼ਰਮ ਸਾਰ ਬੇਲੀ। ਉਹ ਬੰਦਾ ਮਰਦਾ ਏ ਮਾਰਿਆ ਤਾਨਿਆਂ ਦਾ, ਤਾਨਿਆਂ ਦਾ, ਤਾਨਿਆਂ ਦਾ। ਬੰਦਾ ਮਰਦਾ ਏ ਮਾਰਿਆ ਤਾਨਿਆਂ ਦਾ। ਲੋਕੀ ਗੱਲਾਂ ਦੇ ਵਰਤ ਹਥਿਆਰ ਬੇਲੀ। ਗੱਲਾਂ ਦੇ ਵਰਤ ਹਥਿਆਰ ਬੇਲੀ। ਰੰਗੇ ਮਜ਼ਹਬ ਦੇ ਭੁੱਲੇ ਪਰਮਾਤਮਾ ਨੂੰ ਤਾਰੀ ਬੈਠੇ ਨੇ ਦਿਲੀ ਹੰਕਾਰ ਬੇਲੀ। ਬੈਠੇ ਨੇ ਦਿਲੀ ਹੰਕਾਰ ਬੇਲੀ। ਉਹ ਰੱਬ ਬਖਸ਼ੇ ਦਿਲਾਂ ਦਿਆਂ ਕਾਲਿਆਂ ਤੋਂ, ਕਾਲਿਆਂ ਤੋਂ, ਕਾਲਿਆਂ ਤੋਂ। ਰੱਬ ਬਖਸ਼ੇ ਦਿਲਾਂ ਦਿਆਂ ਕਾਲਿਆਂ ਤੋਂ। ਲੱਭੇ ਰਾਹ ਕਿਹੜਾ ਅਵਤਾਰ ਬੇਲੀ। ਲੱਭੇ ਰਾਹ ਕਿਹੜਾ ਅਵਤਾਰ ਬੇਲੀ। ਲੱਭੇ ਰਾਹ ਕਿਹੜਾ ਅਵਤਾਰ ਬੇਲੀ। ਕੇਰ ਸਿਆ ਬੱਲਿਆ, ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦਾ? ਤਾਇਆ, ਤੈਨੂੰ ਪਤਾ ਹੈ ਤੂੰ ਮੈਨੂੰ ਕੀ ਸਮਝਣ ਲਈ ਕਹਿ ਰਿਹਾ ਹੈ? ਅਗੇ ਬੰਦਿਆ, ਤੈਨੂੰ ਮਰ ਜਾਣਾ ਚਾਹੀਦਾ ਹੈ, ਤੇਰੇ ਮਰ ਜਾਣ 'ਚ ਹੀ ਭਲਾ ਹੈ। ਨਹੀਂ ਤਾਇਆ, ਮੈਂ ਮਰਨਾ ਨਹੀਂ ਚਾਹੁੰਦਾ, ਮਸਾਂ ਤਾਂ ਜੀਣਾ ਸ਼ੁਰੂ ਕੀਤਾ ਹੈ। ਕੇਰ ਸਿਆ, ਇਹਦੇ 'ਚ ਹੁਣ ਮਰਨ ਵਾਲੀ ਗੱਲ ਕਿੱਥੋਂ ਆ ਗਈ ਬੱਲਿਆ? ਇਹ ਤਾਂ ਸਿਰਫ ਮੈਂ ਤੈਨੂੰ ਤਾਇਆ, ਮਰਨਾ ਸਿਰਫ ਸਰੀਰਾਂ ਦਾ ਨਹੀਂ ਹੁੰਦਾ, ਰੂਹ ਦਾ ਵੀ ਹੁੰਦਾ ਹੈ। ਮੇਰੀ ਰੂਹ ਤੇ ਜਿਉਣ ਜੋਗੀ ਇਸ ਘਰ 'ਚ ਬੰਸੋ ਦੇ ਪੈਰ ਪਾਉਣ ਤੋਂ ਬਾਅਦ ਹੀ ਹੋਈ ਹੈ। ਪਹਿਲਾਂ ਤੱਕ ਬਸ ਸਰੀਰ ਲਈ ਫਿਰਦਾ ਸੀ, ਤੇ ਹੁਣ ਤੂੰ ਕਹਿੰਦਾ ਮੈਂ ਰੂਹ ਦਾ ਕਤਲ ਕਰ ਦਿਆਂ। ਸਰੀਰਾਂ ਦੇ ਕਤਲ ਮੈਂ ਬਹੁਤ ਕੀਤੇ ਆ ਤਾਇਆ, ਜੇਲੀ ਵੀ ਗਿਆ, ਸਜ਼ਾਵਾਂ ਵੀ ਭੁਗਤੀਆਂ, ਪਰ ਰੂਹ ਦਾ ਕਤਲ ਨਾ ਤਾਇਆ ਨਾ। ਮੈਨੂੰ ਕੁਝ ਵੀ ਸਮਝਾਉਣ ਦੀ ਕੋਸ਼ਿਸ਼ ਨਾ ਕਰ। ਇਹ ਸਰਕਾਰਾਂ ਦੇ ਫੈਸਲੇ ਨੇ ਬੱਲਿਆ, ਇਹਨਾਂ ਅੱਗੇ ਆਪਾਂ ਕਿਵੇਂ ਅੜ ਸਕਦੇ ਹਾਂ? ਦੱਸ ਤਾਂ ਸਹੀ ਮੈਨੂੰ। ਸਰਕਾਰਾਂ ਦੇ ਫੈਸਲੇ ਦੇ ਚੰਦ ਬੇਵਕੂਫਾਂ ਦੇ ਕਮਲ। ਬੇਵਕੂਫਾਂ ਦੇ ਕਮਲ? ਹਾਂ, ਬੇਵਕੂਫਾਂ ਦੇ ਕਮਲ। ਸਰਕਾਰ ਚਲਾਉਣ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਗਲਤ ਕੀ ਹੈ ਤੇ ਠੀਕ ਕੀ ਹੈ। ਇੱਕ ਚੰਗੇ ਭਲੇ ਹੱਸਦੇ ਵਸਦੇ ਪਰਿਵਾਰ ਨੂੰ ਉਜਾੜ ਦੇਣਾ ਚੰਗੀ ਸਰਕਾਰ ਦੀ ਨਿਸ਼ਾਨੀ ਹੁੰਦੀ ਹੈ। ਅਕਲ ਦੇ ਇਹਦੇ ਹੱਥ ਦੇਤੀ ਸਰਕਾਰ। ਕਿ ਗੋਰਿਆਂ ਨੂੰ ਇੱਥੋਂ ਕੱਢ ਕੇ ਆਪਣਾ ਰਾਜ ਲਿਆਵਾਂਗੇ, ਆਪਣੇ ਲੋਕਾਂ ਬਾਰੇ ਸੋਚਾਂਗੇ। ਆਹ ਸੋਚੇ ਆਪਣੇ ਲੋਕਾਂ ਬਾਰੇ, ਆਹ ਹੁੰਦਾ ਆਪਣਾ ਰਾਜ। ਇੱਕ ਚੰਗੀ ਭਲੀ 12 ਸਾਲਾਂ ਤੋਂ ਵਸਦੀ ਤੀਵੀਂ ਨੂੰ ਇਸ ਘਰ ਚੋਂ ਇਸ ਕਰਕੇ ਚਲੇ ਜਾਣਾ ਚਾਹੀਦਾ ਹੈ ਕਿ ਜਦੋਂ ਜੰਮੀ ਸੀ ਉਹਦਾ ਪਿਓ ਨਮਾਜ਼ ਪੜ੍ਹਦਾ ਹੁੰਦਾ ਸੀ। ਤੇਰੀਆਂ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੋਣਾ ਮਲਕ ਸਾਇਆ। ਦੇਖ,
ਮੈਂ ਤਾਂ ਤੈਨੂੰ ਸਮਝਾਉਣ ਆਇਆ ਸੀ ਵੀ ਤੂੰ ਪਹਿਲਾਂ ਵਾਲਾ ਕੇਰੂ ਨਹੀਂ ਰਿਹਾ, ਸਗੋਂ ਹੁਣ ਸਿਆਣਾ ਹੋ ਗਿਆ ਤੇ ਮੇਰੀ ਗੱਲ ਠਰਮੇ ਨਾਲ ਸੁਣੇਗਾ। ਪਰ ਤੂੰ ਤਾਂ ਫੇਰ ਉਹੀ ਕਿਉਂ ਗੱਲ ਝੂਠ ਬੋਲਦਾ ਹੈ ਤਾਇਆ? ਕਿਉਂ ਝੂਠ ਬੋਲਦਾ ਹੈ? ਨਾ ਤੈਨੂੰ ਲੱਗਦਾ ਹੈ ਕਿ ਮੈਂ ਤੇਰੇ ਨਾਲ ਉਸ ਤਰ੍ਹਾਂ ਗੱਲ ਕਰ ਰਿਹਾ ਜਿਵੇਂ ਕਿ ਇਹਨੂੰ 10 ਨੰਬਰੀਆ ਕਰਦਾ ਹੁੰਦਾ ਸੀ? ਐਡਾ ਵੱਡਾ ਝੂਠ ਨਾ ਬੋਲ ਤਾਇਆ। ਬੰਸੋ ਨੇ ਨਾ 12 ਸਾਲਾਂ ਵਿੱਚ ਮੈਨੂੰ ਗੰਡਾਸੀ ਦੀ ਥਾਂ ਤੇ ਕਈ ਤੇ ਦਾਤੀ ਨਾਲ ਪਿਆਰ ਕਰਨਾ ਸਿਖਾਇਆ ਹੈ, 10 ਨਾਹਾਂ ਦੀ ਕਿਰਤ ਵਾਸਤੇ ਪ੍ਰੇਰਿਆ ਹੈ। ਤੇ ਹੁਣ ਤੂੰ ਕਹਿੰਦਾ ਉਹਨੂੰ ਮੈਂ ਪਾਕਿਸਤਾਨ ਭੇਜ ਦਿਆਂ? ਤੇ ਜੇ ਮੈਂ ਤੇਰੀ ਇਹ ਗੱਲ ਨਹੀਂ ਮੰਨੀ ਤੇ ਮੈਂ ਤੈਨੂੰ 10 ਨੰਬਰ ਲੱਗ ਪਿਆ। ਵਾਹ ਤਾਇਆ ਵਾਹ। ਪਰ ਕੇਸਿਆ ਉਹ ਨਹੀਂ ਮੰਨਦੇ ਵੀ ਤੇਰੇ ਘਰ ਬੰਸੋ ਰਹਿ ਰਹੀ ਹੈ। ਉਹਨਾਂ ਨੇ ਤਾਂ ਬਸ ਇੱਕੋ ਰੱਟ ਲਾਈ ਹੋਈ ਹੈ ਵੀ ਉਹ ਅਨਾਇਤੀ ਹੈ, ਮੁਸਲਮਾਨਾਂ ਦੀ ਕੁੜੀ ਹੈ ਤੇ ਉਸ ਨੂੰ ਪਾਕਿਸਤਾਨ ਜਾਣਾ ਹੀ ਪਏਗਾ। ਪਰ ਤਾਇਆ ਸਾਰਾ ਪਿੰਡ ਤੇ ਜਾਣਦਾ ਹੈ ਨਾ ਵੀ ਉਹਦਾ ਇਸ ਮਾਮਲੇ ਨਾਲ ਕੋਈ ਤਲਕ ਨਹੀਂ, ਉਹ ਫਸਾਦਾ ਵੇਲੇ ਨਹੀਂ ਆਈ। ਸਰਕਾਰਾਂ ਤਾਲੁਕ ਆਪਣੇ ਆਪ ਜੋੜ ਲੈਂਦੀਆਂ ਹੁੰਦੀਆਂ ਨੇ ਕੇਸਿਆ। ਉਹਨਾਂ ਦੀ ਇਹ ਸੋਚ ਹੈ ਵੀ ਹੋ ਸਕਦਾ ਕੁੜੀਆਂ ਡਰਦੀਆਂ ਮਾਰੀਆਂ ਸੱਚ ਨਾ ਦੱਸਣ, ਇਸ ਕਰਕੇ ਮੁਸਲਮਾਨ ਕੁੜੀਆਂ ਨੂੰ ਉੱਧਰ ਭੇਜਿਆ ਜਾਏ ਤਾਂ ਜੋ ਹਿੰਦੂ ਤੇ ਸਿੱਖ ਕੁੜੀਆਂ ਇੱਧਰ ਲੈਂਦੀਆਂ ਜਾ ਸਕਣ। ਮੰਨ ਲੈ ਤਾਇਆ, ਜੇ ਬੰਸੋ ਪਾਕਿਸਤਾਨ ਚਲੇ ਵੀ ਗਈ ਤਾਂ ਉਹਦੇ ਮਾਪਿਆਂ ਨੂੰ ਝੱਲ ਲੈਣਗੇ। ਉਹ ਜਿਹੜੇ ਪਹਿਲਾਂ ਹੀ ਉਹਦਾ ਵਿਆਹ ਕਿਸੇ ਦਹਾਜੂ ਨਾਲ ਕਰਨਾ ਚਾਹੁੰਦੇ ਸੀ ਤੇ ਉੱਤੋਂ ਉਹਨਾਂ ਨੂੰ ਉਹਦੇ ਖਰੀਦਣ ਤੇ ਵਿਕਣ ਬਾਰੇ ਵੀ ਪਤਾ ਹੈ। ਕੀ ਪਤਾ ਉਹਦੇ ਨਾਲ ਕੀ ਕਿਸੇ ਦਾ ਸਲੂਕ ਕਰਨ ਉਹ। ਤੇ ਕੇਸਿਆ ਫਿਰ ਇੱਕ ਖਰੀਦੀ ਤੇ ਵੇਚੀ ਜਾਣ ਵਾਲੀ ਤੀਵੀਂ ਨਾਲ ਇੰਨਾ ਮੋਹ ਕਿਉਂ? ਤਾਇਆ ਮੇਰੇ ਕੋਲ ਆਉਣ ਤੋਂ ਪਹਿਲਾਂ ਉਹ ਲੱਖ ਵਾਰ ਵਿਕੀ ਹੋਵੇ, ਪਰ ਇੱਥੇ ਆ ਕੇ ਉਹ ਵਿਕੀ ਨਹੀਂ। ਚਾਹੇ ਮੈਂ ਵੀ ਉਹਨੂੰ ਕੇਲੇ ਕੋਲੋਂ 800 ਰੁਪਏ 'ਚ ਖਰੀਦ ਕੇ ਲਿਆਇਆ ਸੀ, ਪਰ ਸੱਚ ਜਾਣੀ ਮੈਂ ਵੀ ਬੰਸੋ ਨੂੰ ਖਰੀਦ ਨਹੀਂ ਸਕਿਆ। ਨਾਲੇ ਮੇਰੀ ਬੰਸੋ ਦੀ ਕੀਮਤ 800 ਰੁਪਏ ਦਾ 800 ਰੁਪਏ ਨਹੀਂ ਤਾਇਆ, ਉਹਨੂੰ ਤਾਂ ਕੋਈ ਲੱਖਾਂ ਕਰੋੜਾਂ 'ਚ ਨਾ ਖਰੀਦ ਸਕੇ। ਤੇਰੀਆਂ ਇਹਨਾਂ ਗੱਲਾਂ ਨਾਲ ਕੇਸਿਆ ਮੇਰੇ ਵਰਗਾ ਇਨਸਾਨ ਤਾਂ ਪਿਘਲ ਸਕਦਾ ਹੈ, ਪਰ ਕਾਨੂੰਨ ਨਹੀਂ ਸਮਝਦੇ ਦਿਲਾਂ ਦੇ ਮਾਮਲੇ। ਜੇ ਨਹੀਂ ਸਮਝਦਾ ਤਾਂ ਨਾ ਸਮਝਣ, ਸਾਨੂੰ ਵੀ ਕੋਈ ਲੋੜ ਨਹੀਂ ਕਿ ਅਸੀਂ ਕਾਨੂੰਨ ਨੂੰ ਸਮਝਦੇ ਫਿਰੀਏ। ਇਸ ਦਾ ਮਤਲਬ ਹੁਣ ਤੂੰ ਕਾਨੂੰਨ ਨਾਲ ਟੱਕਰ ਲਵੇਂਗਾ? ਜੇ ਲੋੜ ਪਈ ਤਾਂ ਟੱਕਰ ਵੀ ਲਵਾਂਗਾ। ਤੇ ਜੇ ਥਾਣਾ ਚਾੜ ਕੇ ਪਿੰਡ ਜਾ ਵੜੇ ਤਾਂ ਫੇਰ ਦੇਖ ਬੱਲਿਆ, ਪੁਲਿਸ ਨੇ ਇਸ ਨੂੰ ਵਕਾਰ ਦਾ ਸਵਾਲ ਬਣਾਇਆ ਹੋਇਆ ਕਿ ਕਾਨੂੰਨ ਲਾਗੂ ਕਰਨਾ ਸਾਡਾ ਫਰਜ਼ ਹੈ। ਪੁਲਿਸ ਵਾਲਿਆਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਤਾਇਆ। ਕਾਨੂੰਨ ਲਾਗੂ ਕਰਨਾ ਪੁਲਿਸ ਦਾ ਫਰਜ਼ ਹੁੰਦਾ ਹੈ, ਲੋਕਾਂ ਦੇ ਜ਼ਖਮਾਂ ਨੂੰ ਚੀਰਨਾ ਵੀ ਪੁਲਿਸ ਦਾ ਫਰਜ਼ ਹੁੰਦਾ ਹੈ, ਪਰ ਜ਼ਖਮਾਂ ਤੇ ਮੱਲ ਮਿਲਾਉਣਾ ਪੁਲਿਸ ਦਾ ਕੋਈ ਫਰਜ਼ ਨਹੀਂ ਹੁੰਦਾ। ਤੂੰ ਚੱਲ ਤਾਇਆ, ਪੁਲਿਸ ਨਾਲ ਮੈਂ ਆਪੇ ਨਿਪਟ ਲੂੰਗਾ। ਠੀਕ ਹੈ ਬੱਲਿਆ, ਮੈਂ ਤਾਂ ਤੈਨੂੰ ਆਪਣਾ ਸਮਝ ਕੇ ਸਮਝਾਉਣ ਆਇਆ ਸੀ, ਅੱਗੇ ਤੇਰੀ ਮਰਜ਼ੀ ਹੈ। ਸਾਨੂੰ ਭਰਮ ਵਿੱਚ ਡੋਬਦੇ ਕੋਈ ਇੱਕ ਸਰਕਾਰੀ ਚਾਲ, ਉਹ ਸਾਡੇ ਵੱਡ ਵੱਡ ਕਰਦੇ ਟੱਕਰੇ ਹਾਂ, ਸਾਡੀ ਪੁਲਿਸ ਕੋਈ ਬੈਤਾਲ, ਕੋਈ ਰਾਹ ਨਜ਼ਰ ਨਾ ਆਵਦਾ, ਉਹ ਸਾਡੇ ਚਾਰੇ ਪਾਸੇ ਜਾਲ, ਕਿਉਂ ਜ਼ੁਲਮ ਜਾਪਦਾ ਲਾਜ਼ਮੀ ਹੋ, ਅਸੀਂ ਆਪੇ ਹੀ ਆਪਣਾ ਕਾਲ, ਹੋ ਅਸੀਂ ਆਪੇ ਹੀ ਆਪਣਾ ਕਾਲ। ਹੁਣ ਪਤਾ ਲੱਗੂ ਕਰਿਓ 10 ਨੰਬਰੀਏ ਨੂੰ ਵੀ ਮਸਰਾਂ ਦੀ ਦਾਲ ਦਾ ਸਵਾਦ ਕਿਹੋ ਜਿਹਾ ਹੁੰਦਾ। ਕਿ ਇੱਕ ਮੁਸਲਮਾਨੀ ਸੀ ਗੁਰਬੰਸ ਕੌਰ ਨੇ ਬਣਾਤੀ, ਉਹ ਐ ਬਣਦੀਆਂ ਕਿਤੇ ਸਿੰਘਣੀਆਂ। ਵੈਸੇ ਤੜਪਦਾ ਤਾਂ ਕੇਰੂ ਵੀ ਹੋ, ਸੋਚਦਾ ਹੋ ਵੀ ਆ ਕੀ ਪਣਾ ਵਰਤ ਗਿਆ। ਹੁਣੇ ਲੱਗ ਜਾਂਦਾ ਪਤਾ, ਤਾਇਆ ਗਿਆ ਹੋਇਆ ਉਹਦੇ ਵੱਲ ਗੱਲਬਾਤ ਕਰਨ। ਓਏ ਗੱਲਬਾਤ ਜੁੜ ਕੇ ਬੜੇ ਨਾ ਨਿਕਲਿਆ, ਗੱਲਬਾਤ ਤਾਂ ਮੁੱਕੀ ਪਈ ਐ ਵੀ ਜਿਵੇਂ ਬਾਕੀਆਂ ਦੀ ਗਈਆਂ ਨਾ, ਇਨਾਇਤੀ ਨੂੰ ਵੀ ਪਾਕਿਸਤਾਨ ਜਾਣਾ ਪਊ। ਗੱਲ ਇੰਨੀ ਛੇਤੀ ਨਹੀਂ ਮੁੱਕਦੀ ਮਲੂਕ ਸਿਆ।
ਕੇਰੂ ਨਹੀਂ ਮੰਨਦਾ। ਉਹਦਾ ਕਹਿੰਦਾ ਮੈਂ ਕਾਨੂੰਨ ਨਾਲ ਟੱਕਰ ਲਿਆ ਨੂੰ, ਪਰ ਬੰਸੋ ਨੂੰ ਨਹੀਂ ਮੈਂ ਭੇਜਦਾ। ਹੋ ਕਿਹੜੀ ਬੰਸੋ ਤਾਇਆ, ਅਨੈਤੀ ਕਹਿ ਨੈਤੀ। ਵੈਸੇ ਬੱਲਿਓ ਜੇ ਸੋਚਿਆ ਜਾਏ ਹੈ ਤਾਂ ਉਹਦੇ ਨਾਲ ਵੀ ਜ਼ਿਆਦਤੀ। ਬੰਨਿਆ ਬਣਾਇਆ ਕਰ ਤੀਲੇ ਤੀਲੇ ਹੋ ਜਾਣਾ ਬੰਸੋ ਦੇ ਜਾਣ ਤੋਂ ਬਾਅਦ। ਨਾ ਤਾਂ ਆਇਆ ਬਾਕੀਆਂ ਦਾ ਘਰ ਵੀ ਤਾਂ ਤੀਲੇ ਤੀਲੇ ਹੋਇਆ ਹੀ ਹੈ। ਆ ਜਿਨ੍ਹਾਂ ਦੀ ਚਲੀ ਗਈਆਂ ਸੀ ਇਹ ਕੋਈ ਜੱਗੋ ਨਿਆਰਾ ਹੈ। ਜੱਗੋ ਨਹਿਰਾ ਦਾ ਹੈ ਹੀ ਹੈ ਬੱਲਿਆ। ਬੰਸੋ ਕਿਹੜਾ ਸਤਾ ਵੇਲੇ ਆਈ ਸੀ, ਇੰਨੀਆਂ ਖੈਨ ਨਾਲ ਵਿਚਾਰਿਆਂ ਨੇ ਘਰ ਬੰਨਿਆ ਸੀ ਦੋਨਾਂ ਨੇ। ਓਏ ਕਿੱਦਾਂ ਦੀਆਂ ਗੱਲਾਂ ਕਰਦਾ ਹੈ ਤਾਇਆ, ਆਖੇ ਜੱਗੋ ਨਿਆਰਾ ਹੈ। ਨਾ ਕੇਰੂ ਤੇ ਸੁਣਦਾ ਤੈਨੂੰ ਬੜਾ ਦੁੱਖ ਹੁੰਦਾ ਹੈ। ਜਿਹੜੀਆਂ ਹੋਰ ਦੱਸ ਗਈਆਂ ਨੇ ਉਹਨਾਂ ਦਾ ਕੋਈ ਦੁੱਖ ਨਹੀਂ ਤੈਨੂੰ। ਗੱਲ ਤਾਂ ਮਲੋਕ ਸੇ ਉਹਦੇ ਠੀਕ ਹੈ ਤਾਇਆ। ਓਏ ਐਵੇਂ ਇਸ ਬੁੱਢੇ ਸਰਪੰਚ ਪਿੱਛੇ ਲੱਗ ਕੇ ਆਪਣਾ ਫੈਸਲਾ ਨਾ ਬਦਲ ਦਿਓ। ਠੀਕ ਹੈ ਰਿਹਾ ਜੀ। ਗੱਲਾਂ ਤਾਂ ਤੁਹਾਨੂੰ ਆਪਣੀਆਂ ਚੰਗੀਆਂ ਲੱਗਣਗੀਆਂ ਹੀ, ਕਿਉਂਕਿ ਜਹਾਲਤ ਦਾ ਪਰਦਾ ਪਿਆ ਹੋਇਆ ਤੁਹਾਡੀਆਂ ਅੱਖਾਂ ਤੇ। ਇੱਕ ਸਾਊ ਇਨਸਾਨ ਨੂੰ ਰਲ ਕੇ ਮਾਰਨ ਤੇ ਤੁਲੇ ਹੋਏ ਹੋ ਤੁਸੀਂ, ਤੇ ਇੱਕ ਦਾਨੀ ਤੀਵੀਂ ਨੂੰ ਘਰੋਂ ਬੇਘਰ ਕਰਨ ਤੇ ਲੱਗੇ ਹੋਏ ਹੋ। ਸ਼ਰਮ ਆਉਂਦੀ ਆ ਮੈਨੂੰ ਇਹ ਸੋਚ ਕੇ ਵੀ ਮੈਂ ਇਸ ਪਿੰਡ ਦਾ ਸਰਪੰਚ ਆ। ਜੀ ਤਾਂ ਕਰਦਾ ਪਿੰਡ ਛੱਡ ਕੇ ਕਿਤੇ ਪਹਾੜਾਂ ਵਿੱਚ ਜਾ ਬੈਠਾ, ਤੇ ਫੇਰ ਸੋਚਦਾ ਵੀ ਸ਼ਾਇਦ ਵਿੱਚ ਪੈ ਕੇ ਕੋਈ ਸਹੀ ਫੈਸਲਾ ਕਰਵਾ ਹੀ ਲਵਾਂ। ਗੱਲਾਂ ਤਾਂ ਤੇਰੀਆਂ ਵੀ ਤਾਇਆ ਦਿਲੋਂ ਲੱਗਦੀਆਂ ਨੇ। ਸਵਾਲ ਲੱਗਦੀਆਂ ਨੇ ਦਿਲ ਨੂੰ ਗੱਲਾਂ। ਕਿਹਦੇ ਪਿੱਛੇ ਲੱਗਿਆ ਤੂੰ? ਓਏ ਤੁਸੀਂ ਐਂ ਕਰੋ, ਆਪਣਾ ਫੈਸਲਾ ਨਹੀਂ ਬਦਲਣਾ। ਇਹਦਾ ਕੀ ਹੈ? ਦੇਖੋ ਮੁੰਡਿਆ, ਤੇਰਾ ਕੋਈ ਹੱਕ ਨਹੀਂ ਸਾਡੇ ਪਿੰਡ ਦੇ ਮਸਲੇ 'ਚ ਬੋਲਣ ਦਾ। ਨਾ ਹੱਕ ਮੈਂ ਕਿਤੋਂ ਬਾਹਰੋਂ ਲੈਣ ਜਾਣਾ ਹੈ। ਨਾਲੇ ਇਹ ਪਿੰਡ ਪੁੰਡ ਦਾ ਮਸਲਾ ਨਹੀਂ ਰਹਿ ਗਿਆ, ਸਾਡੇ ਇਲਾਕੇ ਦਾ ਬਣ ਗਿਆ। ਸਮਝੇ ਨਾ, ਸਾਡੇ ਧਰਮ ਦਾ ਬਣ ਗਿਆ। ਜਿੱਥੇ ਬਾਕੀਆਂ ਦੀ ਗਈਆਂ ਨੇ ਉੱਥੇ ਜਾਣੀ ਪਊ ਕੇਰੀਵਾਲ ਨੂੰ ਵੀ। ਪਰ ਜੀਤਿਆ ਕਿਹਨੂੰ ਤਾਂ ਡਰ ਵੀ ਤਾਂ ਮਾਰਦਾ ਹੈ। ਓਏ ਕਰਤੀ ਨਾ ਫੇਰ ਦੁੱਕੀ ਵਾਲੀ ਗੱਲ। ਓਏ ਅਸੀਂ ਕਿਹੜਾ ਹੱਥ 'ਚ ਵੰਗਾ ਪਾਈਆਂ ਨੇ, ਚੁਕਾ ਦੇਂਗੇ ਪੁੱਛਾਂ ਇਸ ਵਾਰ ਕਿਹੜੇ ਕੁਲੇ ਦੀਆਂ। ਓਏ ਬਾਈ ਆਪਣਾ ਠੀਕ ਕਹਿੰਦਾ, ਸਾਨੂੰ ਇਸ ਧਰਮ ਦੇ ਮਾਮਲੇ 'ਚ ਨਾ ਢਿੱਲ ਨਹੀਂ ਵਰਤਣੀ ਚਾਹੀਦੀ। ਨਾਲੇ ਸਾਨੂੰ ਕਾਹਦਾ ਡਰ ਹੈ, ਕਾਨੂੰਨ ਸਾਡੇ ਨਾਲ ਹੈ। ਬੱਲੇ ਉਹ ਤਲੇ ਸੂਰਮਿਓ, ਇੱਕ ਬਾਹਰਲੇ ਬੰਦੇ ਦੇ ਮਗਰ ਲੱਗ ਕੇ ਆਪਣੇ ਪਿੰਡ ਦੀ ਪੱਤ ਗਲੀਆਂ 'ਚ ਰੋਲਣ ਦੀ ਸੋਚ ਰਹੇ ਕੰਜਰੋ। ਸ਼ਰਮ ਆਉਂਦੀ ਹੈ ਮੈਨੂੰ ਇਹ ਸੋਚ ਕੇ ਵੀ ਮੈਂ ਤੁਹਾਡੇ ਵਰਗੇ ਦੋਗਲਿਆਂ ਤੇ ਅਕਲ ਦੇ ਅੰਨ੍ਹਿਆਂ ਦਾ ਸਰਪੰਚ ਆ ਮੈਂ। ਉਹ ਤਾਇਆ, ਉਹ ਐਵੇਂ ਚਗਲਾ ਜਿਹਾ ਨਾ ਮਾਰੀ ਜਾ ਕੇ ਆਪਣਾ ਕੰਮ ਕਰ, ਅਸੀਂ ਆਪੇ ਵੇਖ ਲਾਂਗੇ। ਮਲੂਕ ਸਿਆ, ਮੈਂ ਤਾਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗਾ ਭਾਵੇਂ ਜੋ ਮਰਜ਼ੀ ਹੋ ਜਾਵੇ। ਸਮਝ ਆਏਗਾ ਨਹੀਂ? ਵੱਡਾ ਸਰਪੰਚ। ਗੱਲ ਸੁਣੋ ਓਏ, ਸਾਰੇ ਪਿੰਡ ਦੇ ਲੋਕਾਂ ਨੂੰ ਆਪਣੇ ਹੱਥ 'ਚ ਕਰੋ। ਮੈਂ ਥਾਣੇ ਜਾ ਕੇ ਆਉਣਾ ਸ਼ਹਿਰ। ਕੱਲ ਪਾਕਿਸਤਾਨ ਦੀ ਪੁਲਿਸ ਇੱਥੇ ਆਈ ਸਮਝੋ। ਓਏ ਤੂੰ ਘਬਰਾ ਨਾ ਭਾਈ, ਇਸ ਵਾਰ ਸਾਰੇ ਕੱਢ ਦਾਂਗੇ ਵਿੰਗਤਨ ਕਿਹਨੂੰ 10 ਨੰਬਰੀ ਇਹਦੇ। ਚਲੋ ਫਿਰ ਖਿੜ ਜਾਓ ਸਾਰੇ ਪਿੰਡ ਆ ਜਾਓ, ਮੇਰੇ ਆ ਨਾਲ। ਜਾਓ। ਜਿਹੜੇ ਨਾਲ ਖਾਂਦੇ ਪੀਂਦੇ ਅੱਜ ਹੋ ਗਏ ਬੇਗਾਨੇ, ਚਾਹੁੰਦੇ ਯਾਰ ਨੂੰ ਫਸਾਉਣਾ ਸਾਰੇ ਮਾਰਦੇ ਨੇ ਤਾਨੇ। ਉਹ ਦਿੰਦਾ ਅੱਗੇ ਸੂਹਾ ਜਿਹੜਾ ਯਾਰ ਜਾਣਦਾ, ਅੱਗੇ ਹੋਰ ਕੀ ਹੋਣਾ ਇਹਦਾ ਤਾਰ ਜਾਣਦਾ। ਅੱਗੇ ਹੋਰ ਕੀ ਹੋਣਾ ਇਹਦਾ ਤਾਰ ਜਾਣਦਾ। ਕੇਸ ਆ ਘਰੇ ਬੱਲਿਆ। ਆਜੋ ਤਾਇਆ ਜੀ ਰੰਗ ਆਓ। ਕੇਸ ਤੂੰ ਘਰੇ ਤੀ ਹੈ ਕਿ ਗਿਆ ਹੋਇਆ ਕਿਧਰੇ? ਤਾਇਆ ਜੀ ਉਹ ਹੁਣੀ ਥਾਣੇ ਗਏ ਨੇ ਪੁਲਿਸ ਵਾਲਿਆਂ ਨੂੰ ਮਿਲਣ। ਚਲੋ ਇਹ ਵੀ ਚੰਗਾ ਹੋਇਆ। ਉਹਦੀ ਗੈਰ ਹਾਜ਼ਰੀ 'ਚ ਮੈਂ ਤੈਨੂੰ ਸਾਰੀ ਗੱਲ ਠਰਮੇ ਨਾਲ ਸਮਝਾ ਤਾਂ ਸਕਾਂਗਾ। ਕੇਰੂ ਤਾਂ ਛੇਤੀ ਕਾਲਾ ਪੈ ਜਾਂਦਾ। ਤਾਇਆ ਜੀ ਜੋ ਸਾਡੇ ਨਾਲ ਹੋ ਰਿਹਾ ਹੈ, ਉਹ ਵੀ ਤਾਂ ਜੱਗੋ ਤੇਰਵੇਂ। ਸਾਰੀ ਦੁਨੀਆ ਹੀ ਸਾਨੂੰ ਉਜਾੜਨ ਤੇ ਤੁਲੀ ਹੋਈ ਹੈ। ਦੇਖਤੀ ਏ, ਸਾਊ ਬੰਦਿਆਂ ਤੇ ਮੁਸੀਬਤਾਂ ਆ ਹੀ ਜਾਂਦੀਆਂ ਹੁੰਦੀਆਂ ਨੇ ਅਕਸਰ। ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਬੇਸਬਰੇ ਹੋ ਜਾਈਏ ਤੇ ਆਪਣਾ ਆਪਾ ਹੀ ਗਵਾ ਬੈਠੀਏ। ਤਾਇਆ ਜੀ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਨੇ, ਪਰ ਨਿਭਾਉਣੀਆਂ ਮੁਸ਼ਕਲ। ਕਿਵੇਂ ਕਿਣਕਾ ਕਰਕੇ ਅਸੀਂ ਆਪਣਾ ਇੱਕ ਘਰ ਬਣਾਇਆ ਸੀ, ਮੈਂ ਤੇ ਕੇਰੂ ਨੇ।
ਕੋਈ ਹੋਰ ਤੀਜਾ ਨਹੀਂ ਸੀ ਲਾਇਆ ਸੀ ਆਪਣੇ ਨਾਲ। ਨਾਲੇ ਘਰ ਬਣਦਾ ਗਿਆ, ਨਾਲੇ ਜ਼ਿੰਦਗੀ ਭਰ ਦੇ ਇਕਰਾਰ ਪੀੜੇ ਹੁੰਦੇ ਗਏ। ਫਿਰ ਸਾਡੇ ਘਰੇ ਦੀਪਾ ਹੋਇਆ, ਸਾਨੂੰ ਸਾਰੀ ਕਾਇਨਾਤ ਰੋਸ਼ਨ ਰੋਸ਼ਨ ਲੱਗਣ ਲੱਗ ਪਈ। ਤੇ ਅੱਜ ਇੱਕੋ ਹਨੇਰੀ ਨੇ ਸਭ ਕੁਝ ਕਾਲੀ ਬੋਲੀ ਰਾਤ 'ਚ ਬਦਲ ਕੇ ਰੱਖਤਾ। ਹਰ ਭਲੀ ਵਿੱਚ ਲੰਘਦਾ ਜਿਵੇਂ ਕਿਸੇ ਤੋਂ ਉਧਾਰਾ ਮੰਗਿਆ ਹੋਏ। ਇੱਕ ਸਹਿਮ, ਇੱਕ ਡਰ ਹਰ ਘੜੀ ਨਾਲ ਨਾਲ ਤੁਰਿਆ ਰਹਿੰਦਾ। ਇਹੋ ਜਿਹੇ ਮਾਹੌਲ 'ਚ ਕੋਈ ਕਿਵੇਂ ਸਬਰ ਕਰੇ? ਦੇਖ ਪੁੱਤਰ, ਮੈਂ ਤੇਰਾ ਦਰਦ ਸਮਝਦਾ, ਪਰ ਅਸਲੀਅਤ ਤੋਂ ਵੀ ਤਾਂ ਮੂੰਹ ਨਹੀਂ ਨਾ ਮੋੜਿਆ ਜਾ ਸਕਦਾ। ਤੇ ਅਸਲੀਅਤ ਇਹੀ ਹੈ, ਜੇ ਤੂੰ ਉਹਨਾਂ ਦਾ ਕਹਿਣਾ ਨਾ ਮੰਨਿਆ, ਪਾਕਿਸਤਾਨ ਜਾਣ ਵਾਸਤੇ ਰਾਜੀ ਨਾ ਹੋਈ, ਤਾਂ ਉਹ ਜ਼ਬਰਦਸਤੀ ਕਰਨਗੇ। ਉਸ ਹਾਲਤ 'ਚ ਕੇਸ ਹੁੰਦਾ, ਗੁੱਸਾ ਕਿਸੇ ਤੋਂ ਸੰਭਾਲਣਾ ਨਹੀਂ, ਸੰਭਲਣਾ ਧੀਏ। ਤੇ ਜੇ ਮੈਂ ਚਲੀ ਗਈ ਤਾਂ ਤੁਸੀਂ ਕੀ ਸਮਝਦੇ ਹੋ ਕਿ ਇਹਨੂੰ ਚੁੱਪ ਕਰਕੇ ਬੈਠਾ ਰਹੇਗਾ? ਨਹੀਂ ਤਾਇਆ ਜੀ, ਗੁੱਸਾ ਤਾਂ ਸਗੋਂ ਹੋਰ ਵੀ ਜ਼ਿਆਦਾ ਹੋਏਗਾ। ਬਸ ਇਹੀ ਗੱਲ ਮੈਂ ਪੁੱਤਰ ਤੈਨੂੰ ਸਮਝਾਉਣ ਆਇਆ। ਦੇਖ, ਤੂੰ ਆਪਣੀ ਸਿਆਣਪ ਵਰਤ ਕੇ ਉਹਨੂੰ 10 ਨੰਬਰੀ ਕਹਿ ਤੋਂ 100 ਕੇਸ ਬਣਾਇਆ, ਤੇ ਇਹ ਅੱਜ ਇੱਕ ਵਾਰੀ ਫੇਰ ਉਸੇ ਸਿਆਣਪ ਦੀ ਲੋੜ ਹੈ। ਤੂੰ ਉਸ ਨੂੰ ਸਮਝਾ ਕੇ ਪਿੰਡ 'ਚ ਆਈ ਆਫਤ ਨੂੰ ਟਾਲ ਸਕਦੀ ਹੈ ਪੁੱਤਰ। ਮੈਂ ਜੀ ਲਾਂਗੀ ਉਸ ਤੋਂ ਬਿਨਾ, ਤੇ ਉਹ ਨਹੀਂ ਜੀ ਸਕਣਗੇ ਤਾਇਆ ਜੀ ਮੇਰੇ ਬਿਨਾ। ਕੇਰੂ ਨੂੰ ਮੇਰੀ ਲੋੜ ਹੈ ਤਾਇਆ ਜੀ। ਉਹ ਇੱਕ ਜ਼ਖਮੀ ਰੂਹ ਵਾਲਾ ਇਨਸਾਨ ਹੈ। ਉਸਨੂੰ ਦਿੱਤਾ ਥੋੜਾ ਜਿਹਾ ਵੀ ਪਿਆਰ ਮੱਲਮ ਦਾ ਕੰਮ ਕਰ ਸਕਦਾ ਹੈ। ਤੇ ਜੇ ਮੈਂ ਚਲੀ ਗਈ ਤਾਂ ਉਹ ਜ਼ਖਮ ਫੇਰ ਹਰੇ ਹੋ ਜਾਣਗੇ, ਤੇ ਉਹਨਾਂ ਜ਼ਖਮਾਂ 'ਚੋਂ ਜਿਹੜਾ ਲਹੂ ਰਿਸੇਗਾ ਉਹਦੇ ਛਿੱਟੇ ਪਤਾ ਨਹੀਂ ਕਿੱਥੇ ਤੱਕ ਜਾਣ। ਤਾਇਆ ਜੀ, ਮੈਂ ਪਾਕਿਸਤਾਨ ਨਹੀਂ ਜਾ ਸਕਦੀ। ਦੇਖ ਧੀਏ, ਇਹ ਕਿਹੜਾ ਹਮੇਸ਼ਾ ਦੀ ਗੱਲ ਹੈ। ਜਦੋਂ ਸਾਰੇ ਪਾਸੇ ਮਾਹੌਲ ਸੁਖਾਵਾਂ ਹੋ ਗਿਆ ਤਾਂ ਤੂੰ ਵਾਪਸ ਆ ਜਾਵੇਂ। ਵਾਪਸ ਆਉਣ ਦਾ ਕੋਈ ਨਾ ਕੋਈ ਰਾਹ ਤਾਂ ਲੱਭਿਆ ਜਾ ਸਕਦਾ ਨਾ ਪੁੱਤਰ। ਬਸ ਤੂੰ ਕੇਰੂ ਨੂੰ ਇਸ ਗੱਲ ਵਾਸਤੇ ਰਾਜੀ ਕਰ ਲੈ। ਦੇਖ, ਜੇ ਤੂੰ ਹਾਂ ਨਾ ਕੀਤੀ ਤਾਂ ਸਾਰਾ ਪਿੰਡ ਲਹੂ ਲਹਾਨ ਹੋ ਜਾਣਾ। ਪਿੰਡ ਵਾਲਿਆਂ ਦੇ ਸਿਰ ਤਾਂ ਬੇਸ਼ਰਮੀ ਦਾ ਭੂਤ ਸਵਾਰ ਹੋਇਆ ਪਿਆ। ਉਹ ਕੋਈ ਵੀ ਪਾਗਲਪਨ ਕਰ ਸਕਦੇ ਨੇ। ਉਸ ਹਾਲਤ 'ਚ ਪੁੱਤਰ ਕੇਰੂ ਦੀ ਪਿੰਡ ਵਾਲਿਆਂ ਨਾਲ ਤਕਰਾਰ ਹੋਏਗੀ, ਵੱਡ ਵਡਾਂਗਾ ਹੋਏਗਾ, ਤੇ ਫਿਰ ਉਸ ਹਾਲਤ 'ਚ ਜਾਂ ਤਾਂ ਪਿੰਡ ਵਾਲਿਆਂ 'ਚੋਂ ਕੋਈ ਮਾਰਿਆ ਜਾਣਾ, ਤੇ ਜਾਂ ਫਿਰ ਕੇਰੂ ਦੀ ਜਾਨ ਨੂੰ। ਤਾਇਆ ਜੀ, ਮੇਰੇ ਕੇਰੂ ਨੂੰ ਕੁਝ ਨਹੀਂ ਹੋਏਗਾ। ਤੇ ਫਿਰ ਪੁੱਤਰਾ ਤੂੰ ਆਪਣੇ ਕੇਰੂ ਵਾਸਤੇ ਫੈਸਲਾ ਲੈ ਲੈ। ਮੇਰੀ ਇੱਜ਼ਤ ਬਣੀ ਰਹੇ ਇਸ ਵਾਸਤੇ ਫੈਸਲਾ ਲੈ ਲੈ। ਪਿੰਡ ਦਾ ਅਮਨ ਮਾਨ ਬਣਿਆ ਰਵੇ ਇਸ ਵਾਸਤੇ ਫੈਸਲਾ ਲੈ ਲੈ। ਕਿਸੇ ਦੀ ਜਾਨ ਨਾ ਜਾਏ ਧੀਏ, ਇਸ ਵਾਸਤੇ ਫੈਸਲਾ ਲੈ ਲੈ। ਮੈਂ ਪਿੰਡ ਵਾਲਿਆਂ ਲਈ ਫੈਸਲਾ ਲੈ ਲਵਾਂਗੀ, ਤੁਹਾਡੀ ਇੱਜ਼ਤ ਲਈ ਫੈਸਲਾ ਲੈ ਲਵਾਂਗੀ, ਆਪਣੇ ਕੇਰੂ ਲਈ ਫੈਸਲਾ ਲੈ ਲਵਾਂਗੀ। ਪਰ ਮੈਂ ਆਪਣੇ ਲਈ ਕਿਹੜਾ ਫੈਸਲਾ ਲਵਾਂ? ਮੈਂ ਕੀ ਕਰਾਂ? ਮੈਨੂੰ ਇਹ ਤਾਂ ਦੱਸ ਦਿਓ। ਮੈਂ ਕਹਿਲੇ ਨਾਲ ਕਰੋ ਭੱਜੀ, ਸੋਚਿਆ ਕਿ ਸਾਰੀ ਜ਼ਿੰਦਗੀ ਲੰਘ ਜੂਗੀ। ਕਹਿਲੇ ਤੇ ਮੁਸੀਬਤ ਆ ਗਈ। ਮੈਂ ਉਹਦੀ ਖੁਸ਼ੀ ਖਾਤਰ ਵਿਕਣ ਲਈ ਵੀ ਤਿਆਰ ਹੋ ਗਈ। ਖੇਰੂ ਨੇ ਮੈਨੂੰ ਖਰੀਦਿਆ, ਘਰ ਲਿਆਂਦਾ। ਮੈਂ ਆਪਣਾ ਜੀ ਜਾਨ ਲਾ ਕੇ ਉਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਤੇ ਇਸ ਦਾ ਬਦਲਾ ਮੈਨੂੰ ਇਹ ਮਿਲਿਆ ਕਿ ਮੈਂ ਇੱਕ ਵਾਰ ਫੇਰ। ਨਹੀਂ ਤਾਇਆ ਜੀ, ਤੁਹਾਡੇ ਫੈਸਲਿਆਂ 'ਚੋਂ ਕੋਈ ਵੀ ਫੈਸਲਾ ਮੇਰੇ ਹੱਕ ਦਾ ਨਹੀਂ। ਮੈਂ ਆਪਣੀ ਫਰਿਆਦ ਕਿਹਦੇ ਅੱਗੇ ਜਾ ਕੇ ਰੋਵਾਂ? ਮੈਂ ਕਿਸ ਨੂੰ ਕਹਾਂ ਕਿ ਮੈਂ ਹੁਣ ਹੋਰ ਵਿਕਣਾ ਨਹੀਂ ਚਾਹੁੰਦੀ? ਦੇਖਦੀ ਹੈ, ਜੋ ਤੂੰ ਕੀਤਾ ਹੋਰ ਕੋਈ ਨਹੀਂ ਕਰ ਸਕਦਾ। ਤੂੰ ਇਨਸਾਨ ਨਹੀਂ, ਦੇਵੀ ਹੈ ਦੇਵੀ।
ਮੇਰੇ ਦਿਲ 'ਚ ਤੇਰੇ ਵਾਸਤੇ ਬਹੁਤ ਸਤਿਕਾਰ ਹੈ। ਮੇਰੀ ਦੇਵੀ ਸਰੂਪ ਧੀਏ, ਤੂੰ ਆਪਣੀ ਇਸ ਨੇਕੀ ਦਾ ਬਦਲਾ ਮੰਗ ਕੇ ਆਪਣੇ ਆਪ ਨੂੰ ਛੋਟੀ ਨਾ ਕਰ। ਮੈਂ ਦੇਵੀ ਨਹੀਂ ਬਣਨਾ ਚਾਹੁੰਦੀ ਤਾਇਆ ਜੀ, ਮੈਂ ਸਿਰਫ ਬੰਸੋ ਬਣ ਕੇ ਰਹਿਣਾ ਚਾਹੁੰਦੀ ਆ, ਆਪਣੇ ਕੇਰੂ ਦੀ ਬੰਸੋ। ਮੈਨੂੰ ਦੇਵੀ ਬਣਾ ਕੇ ਮੇਰੀ ਬਲੀ ਨਾ ਦਿਓ, ਮੈਨੂੰ ਆਪਣੇ ਇਸ ਘਰ ਵਿੱਚ ਰਹਿਣ ਦਿਓ ਤਾਇਆ ਜੀ। ਘਰੋਂ ਚੱਲਿਆ ਸੀ ਮੈਂ ਬੜੇ ਮਾਣ ਨਾਲ ਧੀਏ, ਪਿੰਡ ਵਾਲਿਆਂ ਦੀ ਅਕਲ ਤੇ ਤਾਂ ਪਰਦਾ ਪਿਆ ਹੋਇਆ, ਇਸ ਕਰਕੇ ਮੈਂ ਉਹਨਾਂ ਨੂੰ ਨਹੀਂ ਸਮਝਾ ਸਕਿਆ। ਕੇਰੂ ਦਾ ਸੁਭਾਅ ਕਾਲਾ, ਉਸ ਨੂੰ ਇਸ ਕਰਕੇ ਨਹੀਂ ਸਮਝਾ ਸਕਿਆ। ਬਸ ਇੱਕ ਤੇਰੇ ਤੇ ਮਾਣ ਸੀ, ਅੱਜ ਉਹ ਵੀ ਟੁੱਟ ਗਿਆ ਪੁੱਤਰ। ਹੁਣ ਇਸ ਪਿੰਡ ਨੂੰ ਉੱਜੜਨ ਤੋਂ ਕੋਈ ਨਹੀਂ ਰੋਕ ਸਕਦਾ, ਕੋਈ ਵੀ ਨਹੀਂ ਰੋਕ ਸਕਦਾ ਇਸ ਪਿੰਡ ਨੂੰ ਉੱਜੜਨ ਤੋਂ। ਚੰਗਾ ਧੀਏ, ਜੇ ਮੇਰੇ ਤੋਂ ਕੁਛ ਉੱਚਾ ਨੀਵਾਂ ਬੋਲਿਆ ਗਿਆ ਹੋਏ ਤਾਂ ਆਪਣੇ ਇਸ ਤਾਏ ਨੂੰ ਮਾਫ ਕਰੀ ਪੁੱਤਰ। ਤਾਇਆ ਜੀ, ਮੇਰੇ ਪਿਓ ਨੇ ਮੈਨੂੰ ਕਦੇ ਮੌਕਾ ਨਹੀਂ ਦਿੱਤਾ ਕਿ ਮੈਂ ਉਹਦੇ ਗੱਲ ਲੱਗ ਕੇ ਰੋ ਸਕਾਂ, ਪਰ ਅੱਜ ਮੇਰਾ ਜੀ ਕਰਦਾ ਹੈ ਕਿ ਮੈਂ ਤੁਹਾਡੇ ਗੱਲ ਲੱਗ ਕੇ ਜੀ ਭਰ ਕੇ ਰੋਵਾਂ, ਤੇ ਮੇਰਾ ਮਨ ਹੌਲਾ ਹੋ ਜਾਵੇ। ਕੌਣ ਪੁੱਛਦਾ ਛਪੜੀਏ ਤੈਨੂੰ, ਹਾਂ ਹੋ ਕੌਣ ਪੁੱਛਦਾ ਛਪੜੀਏ ਤੈਨੂੰ, ਸਨ ਦਰਿਆ ਦੇ ਕੌਣ ਪੁੱਛਦਾ ਹੋ, ਸਾਡੇ ਗੀਤ ਵੀ ਅਜੇ ਨਾ ਪੂਰੇ ਹੋਏ, ਸਾਡੇ ਗੀਤ ਵੀ ਅਜੇ ਨਾ ਪੂਰੇ ਹੋਏ, ਸਾਜ਼ ਨਾਲੋਂ ਤਾਰ ਟੁੱਟ ਗਈ ਜਿੰਦੇ ਮੇਰੀਏ, ਸਾਜ਼ ਨਾਲੋਂ ਤਾਰ ਟੁੱਟ ਗਈ ਜਿੰਦੇ ਮੇਰੀਏ, ਰੁੱਖ ਮੁੱਢ ਤੋਂ ਹਨੇਰੀਆਂ ਨੇ ਪੱਟਿਆ, ਰੁੱਖ ਮੁੱਢ ਤੋਂ ਹਨੇਰੀਆਂ ਨੇ ਪੱਟਿਆ, ਪਰਿੰਦੇ ਹੁਣੀ ਜਾਣਗੇ ਕਿਤੇ ਜਿੰਦੇ ਮੇਰੀਏ, ਪਰਿੰਦੇ ਹੁਣੀ ਜਾਣਗੇ ਕਿਤੇ ਜਿੰਦੇ ਮੇਰੀਏ, ਜਿੰਦੇ ਮੇਰੀਏ, ਜਿੰਦੇ ਮੇਰੀਏ। ਕੀ ਗੱਲ ਸਰਪੰਚ ਸਾਹਿਬ, ਕੇਰ ਸਿਓ ਨਹੀਂ ਆਇਆ? ਚੌਧਰੀ ਸਾਹਿਬ ਸੁਨੇਹਾ ਤਾਂ ਭੇਜ ਦਿੱਤਾ, ਬਸ ਆਉਂਦਾ ਹੀ ਹੋਣਾ, ਬਿੰਦ ਝਟ ਹੋਰ ਉਡੀਕ ਲੈਣਾ। ਖਾ ਲੋ, ਆ ਗਈ ਜੇ ਜੋੜੀ। ਹਾਂ ਬਈ ਕੇਰ ਸਿਆ, ਪਾਕਿਸਤਾਨ ਦੀ ਪੁਲਿਸ ਵੀ ਆਈ ਖੜੀ ਹੈ, ਤੂੰ ਦੱਸ ਤੇਰਾ ਕੀ ਫੈਸਲਾ? ਚੌਧਰੀ ਜੀ, ਮੈਂ ਤਾਂ ਤੁਹਾਨੂੰ ਆਪਣਾ ਫੈਸਲਾ ਦੱਸ ਹੀ ਆਇਆ ਸੀ ਵੀ ਬੰਸੋ ਪਾਕਿਸਤਾਨ ਹੀ ਜਾਏਗੀ। ਨਾ ਤੇਰੇ ਕਹਿਣ ਵਾਲੇ ਬੰਸੋ ਬਣ ਜੂ, ਕਾਗਜ਼ ਬੋਲਦੇ ਨੇ ਕਿ ਇਹ ਨਾਇਤੀ ਹੈ। ਤੁਹਾਡੇ ਕਾਗਜ਼ ਬੋਲਦੇ ਹੋਣਗੇ ਥਾਣੇਦਾਰ ਸਾਹਿਬ, ਪਰ ਮੇਰਾ ਦਿਲ ਇਹਨੂੰ ਨੈਤੀ ਮੰਨਣ ਲਈ ਹਰਗਿਜ਼ ਤਿਆਰ ਨਹੀਂ। ਅੱਛਾ, ਹੁਣ ਕਾਨੂੰਨ ਦੇ ਫੈਸਲੇ ਕਾਗਜ਼ਾਂ ਦੀ ਬਜਾਏ ਦਿਲਾਂ ਤੇ ਕਰਿਆ ਕਰੀਏ। ਚੌਧਰੀ ਸਾਹਿਬ, ਤੁਸੀਂ ਤਾਂ ਕਹਿੰਦੇ ਸੀ ਇਹ ਪੁਰਾਣਾ 10 ਨੰਬਰੀਏ ਰਿਹਾ, ਪੁਲਿਸ ਵਾਲਿਆਂ ਨੇ ਇਹਦਾ ਸਰਵਾ ਵੀ ਪੈਂਦਾ ਰਿਹਾ, ਪਰ ਇਹ ਤਾਂ ਕਾਨੂੰਨ ਦੀ ਅਲਫ ਬੇਪੇ ਵੀ ਨਹੀਂ ਜਾਣਦਾ। 10 ਨੰਬਰੀਏ ਤਾਂ ਸਗੋਂ ਮੁਕੰਮਲ ਇਬਾਰਤ ਜਾਣਦੇ ਹੁੰਦੇ ਨੇ।
ਥਾਣੇਦਾਰ ਸਾਹਿਬ 10 ਨੰਬਰੀਆ ਇਸ ਤੋਂ 10-12 ਸਾਲ ਪਹਿਲਾਂ ਸੀ। ਹੁਣ ਤਾਂ ਵਿਚਾਰਾ ਮਿੱਟੀ ਦੇ ਨਾਲ ਮਿੱਟੀ ਹੋ ਕੇ ਖੇਤਾਂ 'ਚ ਕੰਮ ਕਰਦਾ ਸਾਰਾ ਦਿਨ। ਉਹ ਤਾਇਆ, ਮਿੱਟੀ ਨਾਲ ਮਿੱਟੀ ਦਾ ਅਸੀਂ ਵੀ ਹੁੰਦੇ ਰਹਿੰਦੇ ਆ, ਪਰ ਇੰਨਾ ਤਾਂ ਨਹੀਂ ਭੁੱਲ ਗਏ ਵੀ ਕਾਨੂੰਨ ਕਿੱਦਾਂ ਚੱਲਦਾ ਹੈ। ਜਿਵੇਂ ਬਾਕੀਆਂ ਦੀ ਗਈਆਂ ਨੇ ਨਾ, ਇਨਾਇਤੀ ਨੂੰ ਵੀ ਪਾਕਿਸਤਾਨ ਜਾਣਾ ਪਊ। ਕਿਉਂ ਬਈ? ਹਾਂ ਜਾਣਾ ਜਾਣਾ ਪਊ ਹੀ ਪੈਣਾ ਇਨਾਇਤੀ ਨੂੰ ਪਾਕਿਸਤਾਨ। ਆ ਜਾਓ, ਕਿਹੜਾ ਕਹਿੰਦਾ ਜਾਣਾ ਪਊ ਮੇਰੀ ਬੰਸੋਂ ਨੂੰ ਪਾਕਿਸਤਾਨ? ਜੇ ਸਾਲੇ ਡੋਟੇ ਨਾ ਕਰਕੇ ਰੱਖਦੇ ਆ ਤੇ ਉਹ ਤਾਂ ਰੋਲਿਆਂ ਵੇਲੇ ਆਈਆਂ ਸੀ, ਜ਼ਬਰਦਸਤੀ ਚੱਕ ਕੇ ਲਿਆਏ ਸੀ ਤੁਸੀਂ। ਮੈਂ ਤਾਂ ਆਪਣੀ ਮਰਜ਼ੀ ਨਾਲ ਆਈ ਸੀ ਤੇ ਮੈਨੂੰ ਆਈ ਨੂੰ ਵੀ 12 ਸਾਲ ਹੋ ਗਏ। ਮੇਰਾ ਘਰ ਕਿਉਂ ਛਾੜ ਰਹੇ ਹੋ ਤੁਸੀਂ? ਓਏ ਬਹੁਤ ਹੀ ਇਹ ਘਰ ਵਾਲੀਏ, ਜਾਣਨਾ ਮੈਂ ਤੈਨੂੰ ਵੱਡੀ ਮਰਜ਼ੀ ਵਾਲੀ ਨੂੰ 800 ਚ ਖਰੀਦ ਕੇ ਲਿਆ ਤੈਨੂੰ ਤੇਰਾ ਖਸਮ ਕੇਰੂ 10 ਨੰਬਰੀਆ। ਇਸ ਤੋਂ ਪਹਿਲਾਂ ਤੂੰ ਕੈਲੇ ਨਾਲ ਖੇ ਖਾਂਦੀ ਫਿਰਦੀ ਸੀ। ਜਿੱਤਿਆ ਜਵਾਨ ਨੂੰ ਲਗਾਮ ਦੇਣੇ ਦਾ ਸਿਰ ਮੇ ਪੀਜੂ ਸਾਲੇ ਦੇ। ਓਏ ਯਾਰ ਚੁੱਪ ਕਰੋ। ਜੇ ਸਾਰਾ ਕੁਝ ਆਪੇ ਨਿਪਟਾਉਣਾ ਸੀ ਤਾਂ ਸਾਡੀ ਕੀ ਲੋੜ ਹੈ? ਮੈਂ ਸੋਚਦਾ ਹੁਣ ਚੁੱਪ ਕਰਦੇ ਆ, ਹੁਣ ਚੁੱਪ ਕਰਦੇ ਆ, ਪਰ ਤੁਸੀਂ ਤਾਂ। ਪਰ ਚੌਧਰੀ ਸਾਹਿਬ, ਇਸ ਬੰਦੇ ਦਾ ਵਿੱਚ ਬੋਲਣ ਦਾ ਕੀ ਕੰਮ? ਇਹ ਬਾਹਰੋਂ ਆ ਕੇ ਸਾਡੇ ਪਿੰਡ ਦੇ ਮਸਲੇ 'ਚ ਲੱਤ ਫਸਾ ਰਿਹਾ ਹੈ। ਅੱਛਾ, ਹੁਣ ਮੈਂ ਬਾਹਰਲਾ ਹੋ ਗਿਆ। ਜਦੋਂ ਐਸ਼ਾਂ ਕਰਦੇ ਸੀ ਇਕੱਠੇ ਉਦੋਂ ਮੈਂ ਬਾਹਰਲਾ ਨਹੀਂ ਸੀ। ਹੁਣ ਟਕੇ ਦੀ ਜਨਾਨੀ ਪਿੱਛੇ ਲੱਗ ਕੇ ਬਾਹਰਲਾ ਦੱਸਦੇ। ਤੇ ਆ ਤੇਰੀ ਮੌਤ ਗੱਲਾਂ ਕਰਾਉਂਦੀ ਆ ਤੇਰੀ। ਮੈਂ ਤੈਨੂੰ ਦੱਸਦਾ ਚੌਧਰੀ ਸਾਹਿਬ, ਇਸ ਬੰਦੇ ਤੇ ਲਗਾਮ ਕਸੋ। ਇਹਦਾ ਹਮੇਸ਼ਾ ਦਾ ਸੁਭਾਅ ਹੈ ਵੀ ਪਿੰਡਾਂ ਦੇ ਮਾਮਲਿਆਂ 'ਚ ਟੰਗ ਅੜਾਉਂਦਾ ਹੀ ਰਹਿੰਦਾ ਇਹ। ਉਹ ਤੂੰ ਚੱਲ ਬਈ ਇੱਥੋਂ, ਤੇਰਾ ਵਿੱਚ ਬੋਲਣ ਦਾ ਕੋਈ ਕੰਮ ਨਹੀਂ ਇੱਥੇ। ਦੇਖੋ ਬਈ, ਗੱਲ ਨੂੰ ਅੱਗੇ ਵਧਾਉਣ ਦਾ ਕੋਈ ਫਾਇਦਾ ਨਹੀਂ। ਮੈਂ ਇੱਕ ਟੁਕ ਫੈਸਲਾ ਸੁਣਾ ਰਿਹਾ। ਕਾਨੂੰਨ ਮੁਤਾਬਕ ਇਨਾਇਤੀ ਨੂੰ ਪਾਕਿਸਤਾਨ ਜਾਣਾ ਹੀ ਪਊ। ਇਹਦੇ 'ਚ ਕੋਈ ਰਿਆਇਤ ਨਹੀਂ ਹੋ ਸਕਦੀ। ਨਾ ਜੇ ਤੁਹਾਡਾ ਇੱਕ ਟੁਕ ਫੈਸਲਾ ਕਿਸੇ ਨੂੰ ਨਾ ਮਨਜ਼ੂਰ ਹੋਵੇ ਫੇਰ? ਐਵੇਂ ਕਿਵੇਂ ਮਨਜ਼ੂਰ ਨਾ ਹੋਵੇ? ਇਹ ਦੋਹਾਂ ਸਰਕਾਰਾਂ ਨੇ ਆਪਸੀ ਰਜ਼ਾਮੰਦੀ ਨਾਲ ਫੈਸਲਾ ਲਿਆ। ਇਸ ਨੂੰ ਨਾ ਮੰਨਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਨੂੰ ਨਹੀਂ ਚਾਹੀਦੇ ਇਹੋ ਜਿਹੇ ਮੁਲਕ ਜਿਹੜੇ ਦੋ ਜਾਣਿਆਂ ਨੂੰ ਸਿਰਫ ਇਸ ਕਰਕੇ ਲੱਗ ਕਰ ਰਹੇ ਕਿ ਇੱਕ ਦੇ ਮੂੰਹੋਂ ਵਾਲੇਕੁਮ ਅਸਲਾਮ ਨਿਕਲਦਾ ਤੇ ਦੂਜੇ ਦੇ ਮੂੰਹੋਂ ਵਾਹਿਗੁਰੂ। ਸਾਨੂੰ ਨਹੀਂ ਚਾਹੀਦੇ ਇਹੋ ਜਿਹੇ ਕਾਨੂੰਨ ਜਿਹੜੇ ਬਸਦੇ ਘਰਾਂ ਨੂੰ ਉਜਾੜਨ ਲਈ ਬਣੇ ਹੋਣ। ਮੈਨੂੰ ਨਹੀਂ ਚਾਹੀਦਾ ਪਾਕਿਸਤਾਨ ਤੇ ਨਾ ਹੀ ਹਿੰਦੁਸਤਾਨ। ਮੈਨੂੰ ਤਾਂ ਬਸ ਮੇਰਾ ਘਰ ਚਾਹੀਦਾ ਜਿਸ ਨੂੰ ਮੈਂ ਆਪਣੀ ਹੱਥੀ ਬਣਾਇਆ। ਆਪਣਾ ਕੇਰੂ ਚਾਹੀਦਾ ਜਿਹਦੀਆਂ ਬਾਹਾਂ 'ਚ ਸਮਾਉਣ ਤੋਂ ਬਾਅਦ ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ। ਆਪਣਾ ਦੀਪਾ ਚਾਹੀਦਾ ਜਿਹੜਾ ਮੇਰੇ ਕੇਰੂ ਦੇ ਬਦਲੇ ਹੋਏ ਰੂਪ ਦੀ ਨਿਸ਼ਾਨੀ ਹੈ। ਮੇਰਾ ਘਰ ਹੀ ਮੇਰਾ ਮੁਲਕ ਹੈ। ਮੈਂ ਆਪਣੇ ਇਸ ਮੁਲਕ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੀ, ਕਿਤੇ ਨਹੀਂ। ਸਰਪੰਚ ਸਾਹਿਬ, ਮੈਂ ਆਖਰੀ ਵਾਰੀ ਕਹਿ ਰਿਹਾ, ਤੁਸੀਂ ਇਹਨਾਂ ਨੂੰ ਸਮਝਾ ਲਓ ਕਿ ਸਿੱਧੇ ਮੂੰਹ ਹੋ ਕੇ ਮੇਰੀ ਗੱਲ ਮੰਨ ਲੈਣ ਤੇ ਇਨਾਇਤੀ ਨੂੰ ਪਾਕਿਸਤਾਨ ਭੇਜ ਦੇਣ। ਨਹੀਂ ਤਾਂ ਮੈਨੂੰ ਜ਼ਬਰਦਸਤੀ ਕਰਨੀ ਵੀ ਆਉਂਦੀ ਹੈ। ਮੈਂ ਕਿਸੇ ਨੂੰ ਕੀ ਸਮਝਾਵਾਂ ਥਾਣੇਦਾਰ ਸਾਹਿਬ? ਮੈਨੂੰ ਤਾਂ ਖੁਦ ਸਮਝ ਨਹੀਂ ਆਉਂਦੀ ਵੀ ਕਾਨੂੰਨ ਪੱਥਰ ਨਾਲੋਂ ਵੀ ਸਖਤ ਕਿਉਂ ਹੁੰਦੇ ਨੇ। ਕਿਉਂ ਸੌ ਬੰਦਿਆਂ ਦੀ ਜ਼ਿੰਦਗੀਆਂ 'ਚ ਖਲਲ ਪਾਉਂਦੇ ਨੇ ਕਾਨੂੰਨ? ਕਿਉਂ ਮੁਲਕਾਂ ਦੀਆਂ ਦੀਵਾਰਾਂ ਇਨਸਾਨਾਂ ਦੇ ਦਿਲਾਂ ਤੇ ਲੀਕਾਂ ਖਿੱਚ ਦਿੰਦੀਆਂ ਨੇ? ਮੈਨੂੰ ਤਾਂ ਖੁਦ ਸਮਝ ਨਹੀਂ ਆਉਂਦਾ। ਮੈਂ ਕਿਸੇ ਨੂੰ ਕੀ ਸਮਝਾਵਾਂ? ਇਹਦਾ ਮਤਲਬ ਮੈਨੂੰ ਆਪ ਹੀ ਸਭ ਕੁਝ ਕਰਨਾ ਪਊ। ਸਪਾਈਓ, ਫੜ ਲਓ ਇਸ ਕੁੜੀ ਨੂੰ ਤੇ ਲੈ ਚਲੋ ਟਰੱਕ ਵੱਲ। ਖਬਰਦਾਰ, ਖਬਰਦਾਰ, ਜੇ ਕਿਸੇ ਨੇ ਮੇਰੀ ਬੰਸੋਂ ਨੂੰ ਹੱਥ ਲਾਇਆ ਤੇ ਫੜ ਲਓ ਓਏ ਇਸ ਕੁੜੀ ਨੂੰ। ਮੈਂ ਦੇਖਦਾ ਇਸ ਵੱਡੇ ਬਦਮਾਸ਼ ਨੂੰ। ਖਬਰਦਾਰ ਓਏ। ਚੌਧਰੀ ਜੀ, ਰੋਕ ਲੈ ਇਹਨੂੰ, ਆਪਣੇ ਥਾਣੇਦਾਰ ਨੂੰ। ਮੈਂ ਭਾਵੇਂ 10 ਨੰਬਰੀਆ ਨਹੀਂ ਰਿਹਾ, ਪਰ ਅਜੇ ਮੇਰੀਆਂ ਬਾਹਾਂ ਦਾ ਜ਼ੋਰ ਮਰ ਨਹੀਂ ਗਿਆ। ਉਹ ਗੋਲੀ ਲੱਗੇ ਲੱਗੇ ਤਾਂ ਵੀ ਕੇਰੂ ਕੋਲੋਂ ਪੰਜਾ ਚਾਹੁੰਦੀ ਖੈਰ ਨਹੀਂ। ਪਰ ਕੇਰ ਸਿਆ, ਤੂੰ ਕਿਸੇ ਤਰ੍ਹਾਂ ਸਮਝੇ ਵੀ ਤਾਂ ਸਹੀ। ਓਏ ਅਸੀਂ ਮਜਬੂਰ ਆ, ਉੱਪਰੋਂ ਸਰਕਾਰ ਦਾ ਹੁਕਮ ਹੈ। ਇਹ ਨੈਤੀ ਨੂੰ ਇੱਥੇ ਛੱਡ ਕੇ ਨਹੀਂ ਜਾ ਸਕਦੇ। ਤੇ ਮੈਂ ਆਪਣੀ ਬੰਸੋਂ ਨੂੰ ਨਹੀਂ ਭੇਜ ਸਕਦਾ। ਥਾਣੇਦਾਰ ਸਾਹਿਬ, ਓਏ ਸਿੱਧੀ ਤਰ੍ਹਾਂ ਨਹੀਂ ਕਾਬੂ ਆਊਗਾ, ਇਹਦਾ ਪੁੱਠੇ ਤਰੀਕੇ ਲੋਟ ਆਏਗਾ। ਬੰਦੋ ਸਾਲੇ ਦੀਆਂ ਮੁਸ਼ਕਾਂ। ਇਹ ਨੈਤੀ ਨੂੰ ਲੈ ਜਾ ਪਾਕਿਸਤਾਨ ਤੇ ਇਹਨੂੰ ਡੱਕ ਦਿਓ ਸਿੱਖਾਂ ਪਿੱਛੇ। ਬਾਜ ਆ ਜਾ ਮਲੂਕੀਆ, ਬਾਜ ਆ ਜਾ। ਕਿਉਂ ਮੌਤ ਨੂੰ ਵਾਜਾ ਮਾਰਦਾ ਹੈ? ਓਏ ਕਿਉਂ ਬਾਜ ਆ ਜਾਵਾ? ਇਹ ਤਾਂ ਹੋ ਕੇ ਰਹੂ। ਇਹ ਬਾਕੀਆਂ ਦੇ ਗਈਆਂ ਨੇ ਤੇਰੇ ਨਹੀਂ ਵਜਾਊਗੀ। ਓਕੇ ਬਾਜ ਆ ਜਾ। ਕਿਉਂ ਬਈ? ਹਾਂ ਜਾਣਾ ਪਊ ਇਨਾਇਤੀ ਨੂੰ ਪਾਕਿਸਤਾਨ।
ਸਾਰਾ ਪਿੰਡ ਮੇਰੀ ਬੰਸੋ ਨੂੰ ਪਾਕਿਸਤਾਨ ਭੇਜ ਕੇ ਰਾਜੀ ਹੈ ਨਾ, ਤੇ ਭੇਜ ਦਿਓ ਪਾਕਿਸਤਾਨ। ਪਰ ਯਾਦ ਰੱਖਿਓ, ਬੰਸੋ ਦੇ ਜਾਣ ਤੋਂ ਬਾਅਦ ਕੇਰ ਸਿੰਘ ਨੇ ਕੇਰ ਸਿੰਘ ਨਹੀਂ ਰਹਿਣਾ। ਜੀਣਾ ਮੁਸ਼ਕਲ ਕਰ ਦਿਆਂਗਾ, ਪਛਤਾਓਗੇ ਇਸ ਘੜੀ ਨੂੰ। ਜਿਵੇਂ ਪਹਿਲੀਆਂ ਸਰਕਾਰਾਂ ਨੇ ਮੈਨੂੰ ਆਫਤ ਬਣਾਇਆ ਸੀ ਔਰ ਇਸ ਬੰਸੋ ਨੇ ਮੈਨੂੰ ਇਲਾਕੇ ਦਾ ਖਿਦਮਤਗਾਰ ਬਣਾਇਆ, ਅੱਜ ਫੇਰ ਤੁਸੀਂ ਮੈਨੂੰ ਆਫਤ ਬਣਾ ਰਹੇ ਹੋ। ਦੋ ਮੁਲਕਾਂ ਦੀ ਆਫਤ। ਉਹ ਸੱਥਰ ਵਿਛਾ ਦੂੰਗਾ, ਸੱਥਰ ਕੀਰਨੇ ਪੈਣਗੇ ਪਿੰਡ ਵਿੱਚ। ਜਾ ਬੰਸੋ ਜਾ, ਮਰ ਗਿਆ ਤੇਰਾ ਕੇਰ ਸਿੰਘ ਤੇ ਜੀ ਪਿਆ ਮੇਰੇ ਪਿਓ ਵਾਲਾ ਕੇਰੂ। ਜੀ ਪਿਆ ਕੇਰੂ 10 ਨੰਬਰੀਆ। ਹੁਣ ਮੈਂ ਦੇਖਦਾ ਕਿ ਦੋਹਾਂ ਸਰਹੱਦਾਂ ਅੰਦਰ ਕੌਣ ਜਿਉਂਦਾ ਤੇ ਕੌਣ ਮਰਦਾ ਹੈ। ਤਾਇਆ ਜੀ ਤੁਸੀਂ ਕੁਝ ਕਰੋ। ਚੌਧਰੀ ਸਾਹਿਬ ਬਚਾ ਲਓ ਮੇਰੇ ਕੇਰੂ ਨੂੰ। थानेदार साहब तुसी अपने कागजात च लिख दो कि नैती मर गई। एवें तो हो सकता है ना ताया, रोक ले इस कलैनी कड़ी नू। कुछ ते बोल। ठीक है थानेदार साहब, तुसी मैनू आज दी रात दे दियो। जे मैं चली गई तो कीरू 10 नंबरिया बनेगा। एदी हालत हुणे सावां वाली नहीं लगदी। तुसी मैनू आज दी रात दे दियो, मैं जरूर कोशिश करांगी। बस आज दी रात। चौधरी साहब, मेरी हथ बन के बेनती है तुहाडे अगे, हुण तुसीं चले जाओ। सवेरे मैं आप बंसो नूं नाल लैके आवांगा ते जे ना आ सकिया तां। पर सरपंच साहब सानू थानेदार साहब मेरी जिम्मेदारी ते मान लो, बस अज दी रात। ठीक है चौधरी साहब, तुहाडे कहण ते ਇਹਨਾਂ ਨੂੰ ਅੱਜ ਦੀ ਰਾਤ ਦੇ ਦਿੰਨੇ ਆ। ਚਲੋ ਵੀ ਸਰਪੰਚ ਸਾਹਿਬ, ਆਪਣਾ ਵਾਅਦਾ ਯਾਦ ਰੱਖਿਓ। एक वहम है, एक सहम है, एक वहम है, एक सहम है, बेरहम बेइतबारियां, अपनी तमन्ना ढोंदियां, चुपचाप बरदादारियां, कुछ कह लिया, कुछ रह गया, कुछ कह लिया, कुछ रह गया, दिलगीरियां दिलदारियां, फिर देख ले मेरे खुदा, फिर देख ले मेरे खुदा, दुनिया लाचारियां, आदम दिया लाचारियां, आदम दिया लाचारियां। दो मुल्क बन गए, हिंदुस्तान पाकिस्तान। दो टोटे हो गए जमीन दे, एक पाकिस्तानिया दी, एक हिंदुस्तानिया दी।
ਤੇ ਤੇਰੇ ਵੀ ਦੋ ਟੁਕੜੇ ਹੋ ਗਏ। ਇੱਕ ਨੈਤੀ, ਇੱਕ ਬੰਸੋ। ਨੈਤੀ ਉਹਨਾਂ ਦੀ ਤੇ ਬੰਸੋ ਮੇਰੀ। ਪਰ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਤੈਨੂੰ ਬੰਸੋ ਕਹਾਂ। ਮੈਂ ਕਿਹਰੂ 10 ਨੰਬਰੀਆ ਅੱਜ 1 ਨੰਬਰ ਦਾ ਹੋ ਗਿਆ। ਲਾਨਤ ਹੈ ਮੇਰੇ 1 ਨੰਬਰੀਆ ਬਣਨ ਤੇ, ਲਾਨਤ ਹੈ। ਅੱਜ ਸਾਰੇ ਪਿੰਡ ਵਾਲੇ ਮੈਨੂੰ ਧਮਕਾ ਰਹੇ ਸੀ, ਜਿਨ੍ਹਾਂ ਦਾ ਕਦੇ ਕਿਹਰੂ 10 ਨੰਬਰੀਆ ਕੇ ਉੱਚਾ ਸਾਹ ਨਹੀਂ ਸੀ ਨਿਕਲਦਾ। ਅੱਜ ਮੈਂ ਕਿਹਰੂ 1 ਨੰਬਰੀਆ ਹੁਣ ਕੁਝ ਨਹੀਂ ਕਰ ਸਕਦਾ, ਕੁਝ ਵੀ ਨਹੀਂ, ਕਿਉਂਕਿ ਮੈਂ ਹੁਣ ਕੇਰ ਸਿੰਘ ਆ। ਕੇਰਾ, ਸ਼ਰੀਫ ਕੇਰਾ, ਸਾਊ ਕੇਰਾ। ਇਸ ਸਾਊ ਦੀ ਬੰਸੋ ਨੂੰ ਮੁੜ ਕੋਈ ਨੈਤੀ ਬਣਾ ਰਿਹਾ ਹੈ। ਮੈਨੂੰ ਲੜਨਾ ਚਾਹੀਦਾ ਹੈ, ਮੈਨੂੰ ਲੜਨਾ ਚਾਹੀਦਾ ਨਾ ਬਦਲਣ ਵਾਲੇ ਦੇ ਖਿਲਾਫ। ਪਰ ਮੈਂ ਲੜ ਕਿੱਦਾਂ ਸਕਦਾ? ਮੈਂ ਹੋਇਆ ਇੱਕ ਸ਼ਰੀਫ ਬੰਦਾ, ਸਾਊ ਜੱਟ ਕੇਰ ਸਿੰਘ। ਸਾਊ ਵੀ ਕਦੇ ਲੜੇ? ਸਾਊ, ਮੈਂ ਸਾਊ। ਤੁਸੀਂ ਰੋ ਰਹੇ ਹੋ ਮਰਦ ਹੋ ਕੇ? ਮੇਰੇ ਵੱਲ ਦੇਖੋ, ਮੈਂ ਨਹੀਂ ਰੋ ਰਹੀ। ਜਾਣਾ ਪਏਗਾ ਦੀਪੇ ਦੇ ਬਾਪੂ, ਮੈਨੂੰ ਜਾਣਾ ਪਏਗਾ, ਪਰ ਹਮੇਸ਼ਾ ਲਈ ਨਹੀਂ। ਮੈਂ ਜਾਵਾਂਗੀ ਤੇ ਜਾ ਕੇ ਵਾਪਸ ਆਵਾਂਗੀ। ਪਰ ਬੰਸੋ, ਮੁਲਕ ਤੇ ਜਗੀਰਾ ਲੋਕ ਵੰਡਦੇ ਆਏ ਨੇ, ਪਰ ਲੱਗੇ ਦਿਲਾਂ ਨੂੰ ਅੱਜ ਤੱਕ ਕੋਈ ਨਹੀਂ ਵੰਡ ਸਕਿਆ। ਤੁਸੀਂ ਮੈਨੂੰ ਉਡੀਕਿਓ, ਤੁਹਾਡੀ ਬੰਸੋ ਜ਼ਰੂਰ ਆਏਗੀ। ਬੰਸੋ, ਮੈਂ ਜੀ ਨਹੀਂ ਸਕਾਂਗਾ, ਮੈਂ ਜੀ ਨਹੀਂ ਸਕਾਂਗਾ ਤੇਰੇ ਤੋਂ ਬਿਨਾ। ਜਾਂ ਤੇ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਜਾਂ ਲੋਕਾਂ ਨਾਲ ਖਹਿ ਕੇ ਮਰ ਜਾਵਾਂਗਾ। ਮੈਂ ਜੀ ਨਹੀਂ ਸਕਾਂਗਾ। ਜੀਣਾ ਪਏਗਾ ਦੀਪੇ ਦੇ ਬਾਪੂ, ਸਾਨੂੰ ਜੀਣਾ ਪਏਗਾ। ਲੋਕਾਂ ਨੂੰ ਇਹ ਦੱਸਣ ਲਈ ਕਿ ਸਾਊ ਬਣ ਕੇ ਜੀਣ 'ਚ ਕਿੰਨਾ ਸਵਾਦ ਹੈ। ਸਾਨੂੰ ਜੀਣਾ ਪਏਗਾ। ਤੂੰ ਜੀ ਲਵੇਂਗੀ? ਹਾਂ, ਜੀ ਲਵਾਂਗੀ। ਮੈਂ ਭੁੱਲ ਜਾਵਾਂਗੀ ਕਿ ਜਦ ਮੈਂ ਤੜਕੇ ਉੱਠਦੀ ਸੀ ਤਾਂ ਸਭ ਤੋਂ ਪਹਿਲਾਂ ਤੇਰਾ ਚਿਹਰਾ ਨਿਹਾਰਦੀ ਸੀ ਤੇ ਫਿਰ ਦੀਪੇ ਦਾ। ਮੈਂ ਭੁੱਲ ਜਾਵਾਂਗੀ ਕਿ ਜਦ ਮੈਂ ਚਾਟੀ 'ਚ ਮਦਾਨੀ ਪਾਉਂਦੀ ਸੀ ਤਾਂ ਮੇਰੀ ਵੰਗਾਂ ਦੀ ਛਣਕਾਰ ਸੁਣ ਕੇ ਮੇਰਾ ਕੀਰੂ ਮੇਰੇ ਕੋਲ ਆ ਕੇ ਬਹਿ ਜਾਂਦਾ ਸੀ। ਮੈਂ ਸਭ ਭੁੱਲ ਜਾਵਾਂਗੀ ਤੇ ਸਿਰਫ ਇੰਨਾ ਯਾਦ ਰੱਖਾਂਗੀ ਕਿ ਕੁਝ ਸਮੇਂ ਲਈ ਤੇਰੇ ਮੱਥੇ ਤੇ ਹਿੰਦੁਸਤਾਨ ਨੂੰ ਗਾਇਆ ਸੀ ਤੇ ਮੇਰੇ ਮੱਥੇ ਤੇ ਪਾਕਿਸਤਾਨ। ਪਰ ਬੰਸੋ, ਪਰ ਤੂੰ ਹੌਸਲਾ ਰੱਖੀ, ਇੱਕ ਦਿਨ ਇਹੋ ਜਿਹਾ ਜ਼ਰੂਰ ਆਏਗਾ ਜਦੋਂ ਅਸੀਂ ਆਪਣੇ ਮੱਥਿਆਂ ਤੋਂ ਇਹ ਮੁਲਕਾਂ ਦੀਆਂ ਲੀਕਾਂ ਮਿਟਾ ਦੇਵਾਂਗੇ ਤੇ ਇੱਕ ਦੂਜੇ ਦੇ ਮੱਥੇ ਤੇ ਆਪਣਾ ਨਾਮ ਲਿਖਾਂਗੇ। ਬੰਸੋ, ਤੂੰ ਆਵੇਂਗੀ ਨਾ? ਮੇਰੇ ਤੇ ਭਰੋਸਾ ਨਹੀਂ? ਭਰੋਸੇ ਵਰਗਾ ਭਰੋਸਾ। ਫਿਰ ਇੱਕ ਕੰਮ ਕਰ, ਓਨੀ ਦੇਰ ਦੀਪੇ ਨੂੰ ਮੇਰੇ ਕੋਲ ਰਹਿਣ ਦੇ। ਦੀਪੇ ਦੇ ਬਾਪੂ, ਇਸ ਘਰ 'ਚ ਇਹੋ ਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਮੇਰੀ ਨਿਸ਼ਾਨੀਆਂ ਨਾ ਹੋਣ। ਖੇਤਾਂ 'ਚ, ਖੇਤਾਂ ਦੇ ਬੰਨਿਆਂ ਤੇ, ਹਰ ਖੁੰਝੇ ਹਰ ਨੁਕਰੇ ਮੇਰੀ ਨਿਸ਼ਾਨੀਆਂ ਨੇ, ਪਰ ਮੇਰੇ ਕੋਲ ਲਾਹ ਪਾ ਕੇ ਤੇਰੀ ਇੱਕੋ ਨਿਸ਼ਾਨੀ ਹੈ, ਦੀਪਾ। ਉਹਨੂੰ ਤਾਂ ਮੇਰੇ ਨਾਲ ਜਾ ਲੈਣ ਦੇ। ਬੇਬੇ ਆਪਾਂ ਕਿੱਥੇ ਚੱਲੇ ਆਂ? ਕਿਤੇ ਨਹੀਂ ਪੁੱਤ, ਦੋ ਮੁਲਕਾਂ ਵਿਚਾਲੇ ਖਿੱਚੀ ਲੀਕ ਦੀ ਮਕਾਨ ਦੇਣ ਚੱਲੇ ਆ।
ਚੰਗਾ ਦੀਪੇ ਦੇ ਬਾਪੂ, ਹੁਣ ਜਾਣਾ ਪਊ। ਤਾਇਆ ਵੀ ਉਡੀਕਦਾ ਹੋ। ਆਪਣੀ ਬੀਬੀ ਦਾ ਖਿਆਲ ਰੱਖੀ ਪੁੱਤ, ਮੇਰੀ ਫਿਕਰ ਨਾ ਕਰੀ। ਮੈਂ ਕੰਧਾਂ ਤੇ ਲੀਕਾਂ ਪਾ ਲਵਾਂਗਾ ਤੇ ਮਟਾਈ ਜਾਵਾਂਗਾ। ਜਦੋਂ ਸਾਰੀਆਂ ਮਿਟ ਗਈਆਂ ਤੂੰ ਉਦਣ ਹੀ ਆ ਜਾਵੀਂ। ਚੰਗਾ ਦੀਪੇ ਦੇ ਬਾਪੂ, ਹੁਣ ਜਾਣ ਦੀ ਆਗਿਆ। ਗੱਲ ਸੁਣ, अपना ध्यान रखी, रोटी टाइम सिर खा लिया करी, किसी ना लड़ी ना, खेतां नूं रज के वाई। मेरे घर दा ख्याल रखी। मैं जद वापस आवां तां मैनूं सब कुछ उवें दा उवें ही चाहीदा ते तू भी। कंसो, हाँ दीपे दे बापू। कंसो, जल्दी वार जाके डाल दे। ये बच्चा इतने तैयार रहेगा जिन्नी देर तू नहीं होगी। परिंदे जान हुण किथे।